वॉइस ऑफ इंडिया ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਐਮਪੀ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਨਿਊਜ਼ ਐਂਡ ਵਿਊਜ਼ ਵਿਦ ਡਾਕਟਰ ਸੁਰਜੀਤ ਭੱਟੀ। ਹਰ ਰੋਜ਼ ਵਾਂਗ ਅੱਜ ਵੀ ਅਸੀਂ ਦੇਸ਼ ਵਿਦੇਸ਼ ਦੀਆਂ ਮਹੱਤਵਪੂਰਨ ਖਬਰਾਂ ਮਹੱਤਵਪੂਰਨ ਘਟਨਾਵਾਂ ਦੇ ਉੱਤੇ ਭੱਟੀ ਸਾਹਿਬ ਦੇ ਕੋਲੋਂ ਉਹਨਾਂ ਦੇ ਵਿਚਾਰ ਲਵਾਂਗੇ। ਖਬਰਾਂ ਬਹੁਤ ਸਾਰੀਆਂ ਹੈਗੀਆਂ। ਪਹਿਲਾਂ ਭੱਟੀ ਸਾਹਿਬ ਦਾ ਸਵਾਗਤ ਕਰਦੇ। ਭੱਟੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ। ਭੱਟੀ ਸਾਹਿਬ ਦੋ ਖਬਰਾਂ ਪ੍ਰਾਇੋਰਟੀ ਤੇ ਮੈਂ ਤੁਹਾਡੇ ਕੋਲੋਂ ਉਹਨਾਂ ਦੇ ਵਿਚਾਰ ਲੈਣੇ ਚਾਹੁੰਦਾ ਜੀ। ਇੱਕ ਤਾਂ ਹੈਗਾ ਕਿਸਾਨਾਂ ਦਾ ਅੰਦੋਲਨ। ਕਿਸਾਨਾਂ ਦਾ ਅੰਦੋਲਨ ਪਤਾ ਹੀ ਸਾਰੇ ਲੋਕਾਂ ਨੂੰ ਸਾਨੂੰ ਕਿ ਪਿਛਲੇ 6 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਦਿੱਲੀ ਦੇ ਬਰੂਹਾਂ ਉੱਤੇ ਸਾਡੇ ਕਿਸਾਨ ਧਰਨਾ ਲਾ ਕੇ ਬੈਠੇ ਆ ਔਰ ਭਾਰਤ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ। ਪਰ ਜਿਸ ਸੂਬੇ ਦੇ ਵਿੱਚ ਉਹ ਜੁਰੀਡਿਕਸ਼ਨ ਪੈਂਦੀ ਆ ਉੱਥੇ ਦਾ ਮੁੱਖ ਮੰਤਰੀ ਕੋਈ ਨਾ ਕੋਈ ਪੰਗਾ ਪਾਈ ਰੱਖਦਾ ਜਾਂ ਉਹਦੇ ਮੰਤਰੀ ਵੀ ਹੁਣ ਘੱਟ ਨਹੀਂ ਕਰਦੇ, ਐਮਐਲਏ ਵੀ ਘੱਟ ਨਹੀਂ ਕਰਦੇ। ਟੋਹਾਣਾ ਦੀ ਇੱਕ ਘਟਨਾ ਜਿਹੜੀ ਸੀਗੀ ਉਹਨੇ ਬਹੁਤ ਧਿਆਨ ਖਿੱਚਿਆ ਪਿਛਲੇ ਕੁਝ ਦਿਨਾਂ ਤੋਂ। ਹੁਣ ਪਤਾ ਲੱਗਾ ਕਿ ਟੋਹਾਣਾ ਦੇ ਵਿੱਚ ਰਾਜਤੰਤਰ ਜਿਹੜਾ ਹੈਗਾ ਉਹਨੇ ਸਾਰੀਆਂ ਮੰਗਾਂ ਕਿਸਾਨਾਂ ਦੀਆਂ ਮੰਨ ਲਈਆਂ। ਅਗਲੇਰੀ ਜਿਹੜੀ ਨੀਤੀ ਹੈ ਕਿਸਾਨਾਂ ਦੀ, ਯੁੱਧ ਨੀਤੀ ਹੈ, ਕੰਮ ਕਰਨ ਦਾ ਤਰੀਕਾ ਜਾਂ ਇਸ ਅੰਦੋਲਨ ਨੂੰ ਅੱਗੇ ਵਧਾਉਣ ਦਾ ਕੀ ਫਾਰਮੂਲਾ ਜਿਹੜਾ ਉਹ ਲੈ ਕੇ ਆਏ ਜੀ ਕਿਸਾਨ। ਪਹਿਲਾਂ ਤਾਂ ਟੋਹਾਣਾ ਦੀ ਜਿੱਤ ਦੀ ਗੱਲ ਕਰ ਲੈਂਦੇ ਜੀ, ਫਿਰ ਉਹਨਾਂ ਦੇ ਨਾਲ ਲੀਡਰਸ਼ਿਪ ਵੱਲੋਂ ਜਿਹੜੇ ਕੋਈ ਫੈਸਲੇ ਲਏ ਗਏ ਉਹਨਾਂ ਦੀ ਗੱਲ ਵੀ ਕਰਦੇ। ਇਹ ਅਸਲ ਦੇ ਵਿੱਚ ਜਿਹੜੀ ਇਹਨਾਂ ਨੇ ਨਵੀਂ ਰਣਨੀਤੀ ਬਣਾਈ ਮੋਦੀ ਨੇ ਜਿਹੜੀ ਇੱਕ ਸਾਲਾਂ ਨੂੰ ਇੰਨਾ ਉਝਾਤਾ ਜਾਵੇ ਹਰਿਆਣੇ ਦੇ ਵਿੱਚ ਹੀ ਤੇ ਇਹ ਉਹਦੇ ਵਿੱਚ ਰਹਿਣ ਤੇ ਦਿੱਲੀ ਦੇ ਬਾਰਡਰ ਦੇ ਉੱਤੇ ਕਦੇ ਇਹਨਾਂ ਦਾ ਧਿਆਨ ਘੱਟ ਜਾਏ ਜਾਂ ਉੱਥੋਂ ਸਮਾਪਤ ਹੋ ਜਾਏ ਤੇ ਫਿਰ ਇਹਨਾਂ ਨੂੰ ਉੱਥੋਂ ਚੁਕਾ ਦਈਏ। ਔਰ ਇਸ ਰਣਨੀਤੀ ਅਨੁਸਾਰ ਉਹਨਾਂ ਨੇ ਕੀਤਾ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਪ੍ਰਵੋਗ ਕਰੋ ਜਾ ਕੇ ਉਹਨਾਂ ਨੂੰ ਜਾਣ ਬੁੱਝ ਕੇ ਘਟਾਓ ਤਾਂ ਕਿ ਉਹ ਮਤਲਬ ਇਸ ਢੰਗ ਦੇ ਨਾਲ ਮੁਕਾਬਲੇ ਦੇ ਆਉਣ ਤੇ ਪੁਲਿਸ ਤਸ਼ੱਦਦ ਕਰਕੇ ਉਹਨਾਂ ਨੂੰ ਉੱਥੇ ਫੜਿਆ ਜਾਵੇ, ਉਹਨਾਂ ਦੇ ਮਾਮਲੇ ਦਰਜ ਕੀਤੇ ਜਾਣ। ਇਹਨਾਂ ਦੀ ਜਿਹੜੀ ਮੇਨ ਪੋਸਟ ਹੈ ਉੱਥੇ ਚੱਲ ਚੁੱਕੀ ਸਾਡੀ ਔਰ ਇਹਦੇ ਨਾਲ ਮਤਲਬ ਅਸੀਂ ਇਹਨਾਂ ਨੂੰ ਉੱਥੋਂ ਕਨੇਡਾ ਦੇ ਵਿੱਚ ਕੰਮ ਕਰਾਂਗੇ। ਮੈਂ ਸਮਝਦਾ ਕਿ ਇਹ ਜਿਹੜੀ ਜਿੱਤ ਹੈ ਇਹ ਕਦੇ ਇਹ ਨਹੀਂ ਕਿ ਜਿਹੜੇ ਫੜੇ ਹੋਏ ਕਿਸਾਨ ਆਗੂ ਸੀ ਉਹਨਾਂ ਨੂੰ ਛੁਡਾ ਲਿਆ ਜਾਂ ਜਿਹਨਾਂ ਦੇ ਮਾਮਲੇ ਦਰਜ ਕੀਤੇ ਸੀ ਉਹਨਾਂ ਨੂੰ ਇਹਨਾਂ ਨੇ ਮਾਮਲੇ ਵਾਪਸ ਕਰਾਉਣ ਲਈ ਮਜਬੂਰ ਕਰ ਦਿੱਤਾ। ਅਸਲ ਦੇ ਵਿੱਚ ਜਿਹੜੀ ਮਤਲਬ ਇਹਨਾਂ ਦੀ ਨਵੀਂ ਰਣਨੀਤੀ ਸੀ ਇਹਦੇ ਮੂੰਹ ਤੇ ਕਰਾਰਾ ਥੱਪੜ ਵੱਜਿਆ ਔਰ ਕਿਸਾਨਾਂ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਵੀ ਇਹ ਰਾਜਨੀਤੀ ਤੁਹਾਡੀ ਅਸੀਂ ਕਾਮਯਾਬ ਹੋਣ ਨਹੀਂ ਦੇਣੀ, ਜੋ ਮਰਜ਼ੀ ਕਰੋ। ਔਰ ਹਜ਼ਾਰਾਂ ਕਿਸਾਨਾਂ ਨੇ ਉੱਥੇ ਆਪਣਾ ਸਫਲ ਪ੍ਰਦਰਸ਼ਨ ਕਰਕੇ ਔਰ ਤਿੰਨ ਆਗੂ ਸਿਰਫ ਉੱਥੇ ਗਏ ਸੀ, ਬਾਕੀ ਇਹਨਾਂ ਨੇ ਮਤਲਬ ਰਣਨੀਤੀ ਅਨੁਸਾਰ ਕਿਸਾਨਾਂ ਨੇ ਸਾਰਿਆਂ ਨੂੰ ਨਹੀਂ ਉੱਥੇ ਭੇਜਿਆ ਸੀ। ਜਿਹਦੇ ਵਿੱਚ ਕੇਸ ਸ਼ਿਕਾਇਤ ਸੀ, ਜਿਹਦੇ ਵਿੱਚ ਜੋਗਿੰਦਰ ਸਿੰਘ ਆਪਣਾ ਸੀ ਤੇ ਆਪਣੇ ਜੋਗਿੰਦਰ ਯਾਦਵ ਜੋਗਿੰਦਰ ਯਾਦਵ ਸੀ। ਇਹਨਾਂ ਆਗੂਆਂ ਨੇ ਕਾਨੂੰਨੀ ਗੱਲ ਸੀ, ਇਹਨਾਂ ਆਗੂਆਂ ਨੇ ਅਗਵਾਈ ਕੀਤੀ ਆ ਔਰ ਉੱਥੇ ਇਹਨਾਂ ਨੇ ਕਿਹਾ ਉਹਨਾਂ ਨੂੰ ਐਲਾਨੀਆ ਜੇ ਤੁਹਾਡੇ ਮੈਂ ਤਾਂ ਸਾਨੂੰ ਅਰੈਸਟ ਕਰ ਲਓ। ਫਿਰ ਤੁਸੀਂ ਦੇਖੋ ਕਿ ਇਹ 3 ਦਿਨ ਲੱਗੇ ਇਹ ਉਹਨਾਂ ਦੀ ਇੱਕ ਮਿਲ ਦੇ ਲਈ 3 ਦਿਨ ਲਗਾਤਾਰ ਸੰਘਰਸ਼ ਹੋਇਆ। ਪਹਿਲੇ ਦਿਨ ਜਿਹੜੀ ਗੱਲ ਚੱਲੀ ਸੀ ਉਹਦੇ ਵਿੱਚ ਜਿਹੜਾ ਮਤਲਬ ਇਹਨਾਂ ਦਾ ਮੇਨ ਹੁੰਦਾ ਸੀ ਜਿਹਨੇ ਗਾਲਾਂ ਕੱਢੀਆਂ ਸੀ ਬੀਜੇਪੀ ਦਾ ਜਿਹੜਾ ਐਮਐਲਏ ਆ ਜਿਹਦਾ ਨਾਮ ਹੈ ਬੱਬੂ ਕਰਕੇ ਖੁਸ਼ ਹੋ ਕਹਿੰਦੇ ਉਹਨੇ ਮਾਫੀ ਮੰਗੀ ਔਰ ਉਹਨੇ ਇਹ ਗੱਲ ਕਹੀ ਕਿ ਮੈਂ ਮਤਲਬ ਜਿਹੜਾ ਮਾਫੀ ਮੰਗਦਾ ਕਿਸਾਨਾਂ ਤੋਂ ਤੇ ਜਿਹੜੀ ਮੇਰੀ ਅਗਰ ਦਰਖਾਸਤ ਦਿੱਤੀ ਮੈਂ ਵਾਪਸ ਲੈਣਾ। ਹੁਣ ਤੁਸੀਂ ਦੱਸੋ ਜਦੋਂ ਦਰਖਾਸਤ ਤੋਂ ਪਹਿਲਾਂ ਮੈਂ ਵਾਪਸ ਲੈਣਾ ਤੇ ਕੀ ਉਹ ਉਹਨਾਂ ਦਾ ਪੱਕੇ ਨਾ ਰੱਦ ਕਰਨ ਦਾ ਕੋਈ ਹਾਲ ਬਣਦਾ ਤਾਂ ਹੋਏ ਨੇ ਸਾਰਾ ਪ੍ਰਸ਼ਾਸਨ ਮਿਲਿਆ ਰਿਹਾ ਔਰ ਇਹਨਾਂ ਨੇ ਮਤਲਬ ਲਗਾਤਾਰ ਉੱਥੇ ਸੰਘਰਸ਼ ਕੀਤਾ ਤਾਂ ਫਿਰ ਕੀ ਹੋਇਆ ਕਿ ਇਹਨਾਂ ਦੀ ਮੇਨ ਮੰਗ ਸੀ ਕਿ ਜਿਹੜੇ ਬੰਦੇ ਤੁਸੀਂ ਫੜੇ ਆ ਉਹਨਾਂ ਨੂੰ ਮਤਲਬ ਛੱਡੋ ਤੇ ਇਹ ਉਹ ਬੰਦੇ ਜਿਹੜੇ ਆ ਸਾਡੇ ਉਹਨਾਂ ਨੂੰ ਮਤਲਬ ਛੱਡਣੇ ਪਏ ਆ ਮਜਬੂਰੀ ਦੇ ਬਸ। ਹਾਂਜੀ ਕੈਰੀ ਔਨ ਜੀ। ਅੱਛਾ ਔਰ ਇਹ ਜਿਸ ਦੇ ਉੱਤੇ ਜਿਹੜਾ ਜਰੂਰੀ ਨੇ ਇਹ ਗੱਲ ਕਹੀ ਆ ਇਹਨਾਂ ਲੋਕੋ ਜਿਹੜੀ ਸਾਡੀ ਲੜਾਈ ਆ ਇਹ ਇਹੋ ਜਿਹੀ ਸਰਕਾਰ ਦੇ ਨਾਲ ਆ ਜਿਹੜੀ ਜਿਹੜੇ ਜਮਹੂਰੀ ਢਾਂਚੇ ਦੇ ਵਿੱਚ ਲੋਕ
ਰਾਜ ਜਿਹੜਾ ਉਹ ਕੰਮ ਕਰ ਰਿਹਾ ਤੇ ਅਸੀਂ ਇਸ ਰਾਜ ਨੂੰ ਸਾਈਡ ਨਹੀਂ ਕਰਾਂਗੇ ਕਿਉਂਕਿ ਜਮਹੂਰੀਅਤ ਦੇ ਉਲਟ ਹੈ। ਔਰ ਸਾਡਾ ਜਿਹੜਾ ਅਸੀਂ ਇਹਨਾਂ ਦੇ ਨੱਕ 'ਚ ਬੰਮ ਕਰਕੇ ਬਣਵਾਇਆ ਸਭ ਕੁਝ ਤੇ ਕਹਿੰਦੇ ਸਾਰੇ ਭਾਰਤ 'ਚ ਕਰਾਂਗੇ ਇਹਨਾਂ ਦਾ ਨੱਕ ਦਾ। ਔਰ ਇਹਨਾਂ ਨੂੰ ਮਤਲਬ ਅਸੀਂ ਚੰਗੀ ਤਰ੍ਹਾਂ ਸਾਬਤ ਕਰ ਦਿਆਂਗੇ ਕਿ ਲੋਕਾਂ ਦੇ ਹੱਕਾਂ ਦੇ ਲਈ ਮਤਲਬ ਨਾਅਰੇਬਾਜ਼ੀ ਕਰਕੇ ਸਰਮਾਏਦਾਰਾਂ ਦੇ ਹੱਕ ਪੂਰਨੇ ਜਿਹੜੇ ਆ ਕਿੰਨੇ ਘਾਤਕ ਹੁੰਦੇ ਤੇ ਕਿੰਨਾ ਇਹ ਬੱਚੇ ਅਪਰਾਧ ਹੈ ਲੋਕਾਂ ਦੇ। ਸੋ ਇਹਦਾ ਮੈਂ ਕੇਸ ਕਹਿ ਉਹਨਾਂ ਨੇ ਵੀ ਗੱਲ ਕਹੀ ਹੈ ਕਿ ਅਸੀਂ ਆਪਣਾ ਜਿਹੜਾ ਸੰਘਰਸ਼ ਆ ਇਹ ਮਤਲਬ ਇਹਨੂੰ ਤੇਜ਼ ਕਰਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਜਿੱਥੇ ਇਲੈਕਸ਼ਨ ਹੋ ਰਹੀਆਂ ਉਹਨਾਂ ਸਾਰੇ ਥਾਵਾਂ ਦੇ ਉੱਤੇ ਅਸੀਂ ਇਹਨਾਂ ਦੇ ਆਗੂਆਂ ਦਾ ਸਾਰਾ ਜਿਹੜਾ ਹੈਗਾ ਬਾਹਰ ਨਿਕਲਣਾ ਬੰਦ ਕਰ ਦਿਆਂਗੇ। ਠੀਕ ਹੈ ਜੀ। ਇਹਦੇ ਨਾਲ ਹੀ ਇਹਨਾਂ ਨੇ ਇੱਕ ਚੀਜ਼ ਹੋਰ ਮੰਨੀ ਹੈ ਕਿ ਜਿੰਨੇ ਵੀ ਬੀਜੇਪੀ ਆਗੂ ਆ ਜਿਹੜੇ ਉਹ ਆਪਣੇ ਪ੍ਰਾਈਵੇਟ ਕੰਮਾਂ ਲਈ ਕਿਸੇ ਫੰਕਸ਼ਨ ਤੇ ਜਾਂਦੇ ਆ ਨਿੱਜੀ ਮਾਮਲਿਆਂ ਲਈ ਉਹਨਾਂ ਨੂੰ ਅਸੀਂ ਘਰ ਨਹੀਂ ਕਰਾਂਗੇ। ਇਹ ਗੱਲ ਇਹਨਾਂ ਨੇ ਮੰਨੀ। ਇਸ ਕਰਕੇ ਕਿਸਾਨ ਅੰਦੋਲਨ ਦੇ ਵਿੱਚ ਇੱਕ ਦੂਸਰੀ ਵੱਡੀ ਜਿੱਤ ਹੈ ਜਿਹਦੇ ਵਿੱਚ ਇਹਨਾਂ ਨੇ ਸਾਬਤ ਕਰ ਦਿੱਤਾ ਵੀ ਅਸੀਂ ਇੰਨੇ ਸ਼ਕਤੀਸ਼ਾਲੀ ਆ ਤੇ ਇੰਨੇ ਮਤਲਬ ਜ਼ਬਰਦਸਤ ਢੰਗ ਨਾਲ ਯੁੱਧ ਨੀਤੀ ਅਪਣਾਉਣ ਚ ਕਾਮਯਾਬ ਹੋਏ ਆ ਕਿ ਅਸੀਂ ਤੁਹਾਡੀ ਕੀ ਚੱਲਣ ਨਹੀਂ ਦੇ। ਔਰ ਕੱਟੜ ਨੂੰ ਇਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਤੁਸੀਂ ਨੀਤੀਆਂ ਕਰਦੇ ਆ ਇਹ ਅਸੀਂ ਪੂਰੀਆਂ ਨਹੀਂ ਹੋਣਗੇ। ਠੀਕ ਹੈ। ਇਹ ਚੈਲੰਜ ਹੈ ਜਿਹੜਾ ਉਹਨਾਂ ਨੇ ਮਤਲਬ ਨਵੀਂ ਭਾਜੀ ਪਾਈ ਸੀ ਇਹਨਾਂ ਮੋੜ ਦਿੱਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਨਾਲ ਹੀ ਰਾਜਿਆਂ ਨੇ ਇਹ ਗੱਲ ਕਹੀ ਹੈ ਕਿ ਲੋਕੋ ਜਿਸ ਮਤਲਬ ਸਰਕਾਰ ਨਾਲ ਅਸੀਂ ਲੜ ਰਹੇ ਹਾਂ ਬਹੁਤ ਚਤਰ ਚਲਾਕ ਹੈ। ਠੀਕ ਹੈ। ਬਹੁਤ ਹੀ ਸ਼ਾਨਦਾਰ ਹੈ ਔਰ ਕਈ ਤਰ੍ਹਾਂ ਦੀਆਂ ਸਕੀਮਾਂ ਤੁਹਾਡੇ ਸਾਹਮਣੇ ਕੱਢ ਕੇ ਲਿਆਉਗੀ ਤੇ ਇਸ ਅੰਦੋਲਨ ਨੂੰ ਕੋਸ਼ਿਸ਼ ਕਰੋ ਫੇਰ ਕੀਤਾ ਜਾਵੇ ਪਰ ਇਹ ਬਹੁਤ ਫੇਰ ਮਾੜਾ ਅੰਦੋਲਨ ਨਹੀਂ ਹੈ। ਬਿਲਕੁਲ ਠੀਕ ਹੈ। ਇਹ ਬੜੀ ਵੱਡੀ ਜਿੱਤ ਹੈ। ਹਾਂਜੀ ਪੱਟੀ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਬੋਲੇ ਜੀ ਉਂਝ ਭਾਵੇਂ ਦੇਰ ਬਾਅਦ ਹੀ ਉਹਨਾਂ ਨੇ ਇੱਕ ਬਿਆਨ ਦਿੱਤਾ ਕਰੋਨਾ ਦੇ ਮਾਮਲੇ 'ਚ ਜੀ ਗੱਲ ਉਹਨਾਂ ਨੇ ਕੀਤੀ ਆ ਅੰਦਰੂਨੀ ਲੜਾਈ ਜਿਹੜੀ ਆ ਉਹਦਾ ਪ੍ਰਭਾਵ ਲੱਗਦਾ ਇਹਨਾਂ ਤੇ ਜੋ ਪ੍ਰੈਸ਼ਰ ਲੱਗਦਾ ਜਾਂ ਸੁਪਰੀਮ ਕੋਰਟ ਨੇ ਜਿਹੜੀਆਂ ਲਾਂਘਤਾਂ ਪਾਈਆਂ ਸੀ ਉਹਦਾ ਪ੍ਰੈਸ਼ਰ ਲੱਗਦਾ। ਇਹ ਸਾਰੀ ਜਿਹੜੀ ਉਹ ਕਰੋਨਾ ਦੀ ਦਵਾਈ ਦੀ ਵੈਕਸੀਨੇਸ਼ਨ ਦੀ ਗੱਲ ਕੀਤੀ ਇਹਨੇ ਹੁਣ ਪ੍ਰਧਾਨ ਮੰਤਰੀ ਨੇ ਉਂਝ ਤਾਂ ਮੇਰੇ ਮੁਤਾਬਕ ਤਾਂ ਸਾਰਾ ਕੁਝ ਝੂਠ ਦਾ ਸਾਰਾ ਪਰ ਮੈਂ ਚਾਹੂੰਗਾ ਕਿ ਤੁਸੀਂ ਇਹਦੀ ਜਰਾ ਪਾਜ ਉਧੇੜੋ ਕੀ ਕਹਿੰਦੇ ਨੇ ਪ੍ਰਧਾਨ ਮੰਤਰੀ। ਦੇਖੋ ਵਿਸ਼ੇ ਕੱਲ ਜਦੋਂ ਇਹ ਪਤਾ ਲੱਗਾ ਨਾ ਲੋਕਾਂ ਨੂੰ ਕਿ ਪ੍ਰਧਾਨ ਮੰਤਰੀ ਦੇਸ਼ ਨੂੰ ਸੰਬੋਧਨ ਹੋਣਗੇ ਤੇ ਲੋਕ ਡਰ ਗਏ ਕਿਉਂਕਿ ਕਾਂਗਰਸ ਇਹੋ ਜਿਹਾ ਹੈ ਪਤਾ ਨਹੀਂ ਅੱਜ ਕੀ ਕਿਹੋ ਜਿਹਾ ਮਤਲਬ ਕੀ ਐਲਾਨ ਕਰ ਦੇਵੇ ਕਿਤੇ ਇਹ ਨਾ ਹੋਵੇ ਕਿ ਗੋਲੀਆਂ ਦੇ ਲੋਕ ਬੰਦ ਕਰਨ ਦਾ ਐਲਾਨ ਕਰਦੇ ਇਹ ਦੇਖੋ ਕਿ ਤੇ ਵਿਸ਼ਵਾਸ ਕਿੰਨਾ ਹੈ। ਤੇ ਦੂਸਰੀ ਗੱਲ ਇਹ ਹੈ ਕਿ ਪਤਾ ਨਹੀਂ ਕੀ ਕਾਰਨਾਮਾ ਕਰਵਾ ਦੇ ਜਾਂ ਕਿਸਾਨਾਂ ਦੇ ਮੰਗਾਂ ਲੈਣ ਲੱਗਾ ਜਾਂ ਕੀ ਹੋਣ ਲੱਗਾ ਲੋਕ ਬੜੇ ਉਤਸੁਕ ਹੋ ਗਏ ਸੁਣੀਏ ਅਸੀਂ ਹੁੰਦਾ ਹੈ। ਠੀਕ ਹੈ ਜੀ। ਤਾਂ ਪਹਿਲੀ ਗੱਲ ਤੇ ਇਹ ਆ ਕਿ ਬਰੀਫਿੰਗ ਹੀ ਕਰੂੰਗਾ ਮੈਂ ਕਿਉਂਕਿ ਲੰਬਾ ਭਾਸ਼ਣ ਹੈ। ਪਹਿਲੀ ਗੱਲ ਤੇ ਇਹਨਾਂ ਦਾ 30 ਮਿੰਟ ਦਾ ਭਾਸ਼ਣ ਸੀ ਇਹਦੇ ਵਿੱਚ ਪਹਿਲੀ ਗੱਲ ਤੇ ਇਹਨਾਂ ਨੇ ਇਹ ਕਹੀ ਕਿ ਕੋਈ ਚੁਸਤੀ ਚਲਾਕੀ ਚਤਰਪੁਣੇ ਤੋਂ ਮਤਲਬ ਬਾਹਰ ਜਾਣ ਵਾਲੀ ਤੇ ਗੱਲ ਹੈ ਹੀ ਨਹੀਂ ਨਾ ਕੋਈ ਸੱਚ ਬੋਲਣੀ। ਇਹ ਕਹਿੰਦਾ ਜੀ ਦੇਖੋ ਮਤਲਬ ਜਿਹੜੀਆਂ ਵੱਖ-ਵੱਖ ਰਾਜਾਂ ਨੇ ਸਾਡੇ ਤੇ ਬੜੇ ਦਬਾਅ ਹੈ ਸਾਨੂੰ ਖੋਲ ਦਿਓ। ਸਾਨੂੰ ਖੋਲ ਦੇ ਦਿਓ ਮਤਲਬ ਅਸੀਂ ਅਰੇਂਜਮੈਂਟ ਕਰਾਂਗੇ ਕਰੋਨਾ ਦਾ ਸਾਰਾ ਤੇ ਸੈਂਟਰ ਦੇ ਕੰਟਰੋਲ ਦੇ ਵਿੱਚ ਨਾ ਰਹੇ ਕਿ ਸਾਰਾ ਕੁਝ ਸੈਂਟਰ ਦੇ ਕੰਟਰੋਲ ਚ ਕਰ ਲਿਆ ਕਰਕੇ ਕਰੋਨਾ ਕਾਬੂ ਚ ਨਹੀਂ ਹੈ। ਠੀਕ ਹੈ। ਜਦੋਂ ਇਹਨਾਂ ਦਬਾਅ ਪਿਆ ਜਦੋਂ ਸਾਰੇ ਬਿਆਨ ਆਏ ਆ ਤੇ ਅਸੀਂ ਇਹ ਸੋਚਿਆ ਵੀ ਠੀਕ ਹੈ ਅਸੀਂ ਮੰਨ ਲੈਂਦੇ ਤੁਹਾਡੀ ਗੱਲ ਇਸ ਕਰਕੇ ਨਹੀਂ ਕਹਿੰਦੇ ਅਸੀਂ ਸਾਰਾ ਜਿਹੜਾ ਸਿਹਤ ਵੈਸੇ ਵੀ ਸਿਹਤ ਮਹਿਕਮਾ ਜਿਹੜਾ ਆ ਹੈਲਥ ਮਹਿਕਮਾ ਇਹ ਸਾਰੇ ਰਾਜਾਂ ਦੇ ਨਹੀਂ ਲਾਉਂਦਾ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਖੁੱਲ੍ਹ ਦੇ ਦਿੱਤੀ ਕਿ ਤੁਸੀਂ ਆਪੇ ਵੈਕਸੀਨ ਦਾ ਅਰੇਂਜ ਕਰੋ ਆਪੇ ਹਸਪਤਾਲਾਂ ਦਾ ਦਵਾਈਆਂ ਦਾ ਸਾਰਾ ਕੁਝ ਤੁਹਾਨੂੰ ਸੌਂਪਿਆ ਤੇ ਇਹਦੇ ਦੌਰਾਨ ਜਦੋਂ ਇਹਨਾਂ ਦੀ ਹਾਲਤ ਦੇਖੀ ਆ ਤੇ ਇਹ ਪੂਰੀ ਤਰ੍ਹਾਂ ਫੇਲ ਹੋ ਗਿਆ ਕੰਮ ਕਰ ਸਾਰੇ ਰਾਜ। ਤੇ ਇਸ ਕਰਕੇ ਕਰੋਨਾ ਭੇਜਿਆ ਔਰ ਮਈ ਮਹੀਨੇ ਤੋਂ ਸ਼ੁਰੂ ਹੋਇਆ ਇਹ ਵੀ ਇੱਕ ਵੱਡਾ ਝੂਠ ਹੈ ਇਹ ਗੱਲ ਇਹ ਮਾਰਚ ਅਪ੍ਰੈਲ ਸ਼ੁਰੂ ਹੋ ਚੁੱਕਾ ਸੀ। ਠੀਕ ਹੈ ਜੀ। ਉਹਨੂੰ ਵੀ ਕਵਰ ਕਰਨਾ ਚਾਹੁੰਦਾ ਸੀ ਕਿ ਇਹਦੀ ਮਈ ਚ ਸ਼ੁਰੂ ਹੋਇਆ ਤੇ ਜੂਨ ਦੇ ਵਿੱਚ ਤੇ ਤੁਸੀਂ ਇਹ ਦੇਖੋਗੇ ਅਸੀਂ ਕਿੰਨੀ ਵੱਡੀ ਫੁਰਤੀ ਕੀਤੀ ਹੈ ਤੇ ਹੁਣ ਕਹਿੰਦੇ ਅਸੀਂ ਇਹ ਸੋਚਿਆ ਵੀ ਇਹ ਨਹੀਂ ਇਹਨਾਂ ਦੇ ਕੋਲ ਬਸ ਦੀ ਗੱਲ ਨਹੀਂ ਹੈਗੀ ਨਾ ਇਹ ਕਰ ਸਕਦੇ ਆ ਇਸ ਕਰਕੇ ਇਹਨਾਂ ਨੇ ਕਰੋਨਾ ਦੀ ਦੂਸਰੀ ਲਹਿਰ ਵਿੱਚ ਉਹ ਕੰਮ ਨਹੀਂ ਕੀਤੇ ਜਿਹੜੇ ਅਸੀਂ ਪਹਿਲੇ ਚ ਖੜ ਕੇ ਰੋਕ ਲਿਆ ਸੀ। ਠੀਕ ਹੈ ਜੀ। ਦੋਸ਼ੀ ਬਣ ਕੇ ਸਾਰੇ ਰਾਜ ਕਰਨ ਵਾਲੀਆਂ ਸਰਕਾਰਾਂ ਤੇ ਆਪ ਹੋ ਗਏ ਸੁੱਖ।
ਠੀਕ ਹੈ। ਤੇ ਜਿੱਥੇ ਇਹਨਾਂ ਦੀ ਆਪਣੀਆਂ ਸਰਕਾਰਾਂ ਉਹਦਾ ਕੀ ਜਵਾਬ ਦੇਣਗੇ? ਉੱਤਰ ਪ੍ਰਦੇਸ਼ ਤੇ ਇਹਨਾਂ ਦੀ ਆਪਣੀ ਸਰਕਾਰ ਸੀ, ਹਰਿਆਣਾ ਚ ਇਹਨਾਂ ਦੀ ਆਪਣੀ ਸਰਕਾਰ ਸੀ, ਦੂਸਰੇ ਹੋਰ ਥਾਵਾਂ ਤੇ ਜਿੱਥੇ ਇੱਥੇ ਸੀ, ਉਹਦਾ ਕੀ ਜਵਾਬ? ਹਾਂਜੀ ਹਾਂਜੀ, ਉਹਨਾਂ ਨੇ ਕੀ ਕੀਤਾ? ਹਾਂਜੀ। ਦੂਸਰੀ ਗੱਲ ਇਹ ਕਹਿੰਦੇ ਸੀ ਕਿ ਹੁਣ ਅਸੀਂ ਅੱਜ ਤੋਂ ਬਾਅਦ 21 ਤਰੀਕ ਤੋਂ 18 ਸਾਲ ਤੋਂ ਉੱਪਰ ਜਿੰਨੇ ਉਹਨਾਂ ਨੇ ਵੈਕਸੀਨ ਸ਼ੁਰੂ ਕਰ ਦੇਣੀ। ਹਾਂਜੀ ਸੌਰੀ, ਹਾਂਜੀ ਵੈਕਸੀਨ ਦੀ ਕੋਈ ਘਾਟ ਨਹੀਂ। ਹਾਂਜੀ ਔਰ ਵੈਕਸੀਨ ਜਿਹੜੀ ਹੈਗੀ ਆ ਉਹ ਤਿਆਰ ਕਰਨ ਦੇ ਲਈ 7 ਕੰਪਨੀਆਂ ਜਿਹੜੀਆਂ ਇਹਦੇ ਲਈ ਬੜੀ ਸਰਗਰਮੀ ਨਾਲ ਕੰਮ ਕਰ ਰਹੀਆਂ ਕਿ ਸਾਨੂੰ ਜਿਹੜੀ ਆ ਵੈਕਸੀਨ ਦੀ ਕੋਈ ਘਾਟ ਨਹੀਂ ਰਹੀ। ਜਿਹੜੀਆਂ ਵਿਦੇਸ਼ਾਂ ਤੋਂ ਆਉਣ ਵਾਲੀ ਵੈਕਸੀਨ ਹੈ ਉਹਦਾ ਵੀ ਲਿੰਕ ਕਰ ਲਿਆ ਗਿਆ। ਇਸ ਕਰਕੇ ਅਸੀਂ ਸਾਰੇ ਹੀ ਸੂਬਿਆਂ ਨੂੰ ਫ੍ਰੀ ਵੈਕਸੀਨ ਦਾ ਕੋਈ ਪੈਸਾ ਨਹੀਂ ਲਾਂਗੇ। ਠੀਕ ਹੈ। ਔਰ ਦੂਸਰੀ ਇਹ ਆ ਕਿ ਇਹ ਵੈਕਸੀਨ ਜਿਹੜੀ ਹੈਗੀ ਆ ਇਹਦੇ ਚ 23 ਕਰੋੜ ਤੋਂ ਵੱਧ ਲੋਕਾਂ ਨੂੰ ਅਸੀਂ ਆਲਰੇਡੀ ਵੈਕਸੀਨ ਲਾ ਦਿੱਤੀ ਹੈ। ਅੱਛਾ ਜੀ। ਔਰ ਫਿਰ ਉਹਦੇ ਤੇ ਇਹਨਾਂ ਨੇ ਇਹ ਗੱਲ ਵੀ ਕਹੀ ਕਿ ਜਿਹੜੀਆਂ ਵਿਦੇਸ਼ਾਂ ਚੋਂ ਵੈਕਸੀਨ ਹੋਈਆਂ ਆ ਉਹ ਵੀ ਤਿਆਰੀ ਹੋ ਗਈ ਆ ਸਾਰੀ, ਉਹ ਵੀ ਸਾਨੂੰ ਮਿਲ ਗਈਆਂ। ਭਾਵੇਂ ਉਹ 'ਚ ਕੋਈ ਪ੍ਰੋਬਲਮ ਰਹਿ ਨਹੀਂ ਜਾਣੀ ਤੇ ਬਹੁਤ ਜਲਦੀ ਇਹ ਸਾਰੇ ਕੁਝ ਦੇ ਉੱਤੇ ਅਸੀਂ ਗੱਲ ਕੰਟਰੋਲ ਕਰ ਰਹੇ ਹਾਂ। ਠੀਕ ਹੈ। ਦੂਸਰੀ ਗੱਲ ਉਹਨਾਂ ਨੇ ਇਹ ਕਹੀ ਆ ਕਿ ਜਿਹੜੇ ਮੀਡੀਆ ਵਾਲੇ ਆ ਉਹਨਾਂ ਦਾ ਹਿੱਸਾ ਤੇ ਨਾਲ ਜਿਹੜੇ ਅੰਦੋਲਨਕਾਰੀ ਆ ਜਾਂ ਮਤਲਬ ਸਰਕਾਰ ਦੇ ਵਿਰੋਧੀ ਆ ਜਾਂ ਪਾਰਟੀਆਂ ਆ, ਇਹ ਜਾਣ ਬੁੱਝ ਕੇ ਸਾਡੇ ਅਕਸ ਨੂੰ ਖਰਾਬ ਕਰਨ ਤੇ ਤੁਰੀਆਂ। ਠੀਕ ਹੈ ਜੀ। ਤੇ ਮੈਂ ਲੋਕਾਂ ਨੂੰ ਇਹ ਕਹੂੰਗਾ ਕਿ ਇਹਨਾਂ ਤੇ ਵਿਸ਼ਵਾਸ ਨਾ ਕਰੋ। ਇਹ ਤੁਹਾਨੂੰ ਗੁੰਮਰਾਹ ਕਰ ਰਹੀਆਂ। ਸਰਕਾਰ ਜਿੰਨਾ ਚੰਗਾ ਕੰਮ ਇਸ ਮਹਾਮਾਰੀ ਨੂੰ ਰੋਕਣ ਲਈ ਕੀਤਾ ਉਹਨਾਂ ਦੁਨੀਆ ਦੀ ਕੋਈ ਕਰ ਹੀ ਨਹੀਂ ਸਕਦਾ। ਦੂਸਰੀ ਗੱਲ ਇੱਕ ਹੋਰ ਵੱਡੀ ਇਹਨਾਂ ਕਹੀ ਕਿ ਅੱਜ ਤੱਕ ਇਤਿਹਾਸ 'ਚ ਹੋਇਆ ਹੀ ਨਹੀਂ ਕਿ ਇੰਨੀ ਛੇਤੀ ਵੈਕਸੀਨ ਬਣੇ। ਹਾਂਜੀ। ਫਿਰ ਉਹ ਦੂਸਰੇ ਦੇਸ਼ਾਂ ਤੱਕ ਵੀ ਪਹੁੰਚ ਗਏ ਤਾਂ ਉੱਥੇ ਵੀ ਚਲਾਈ ਜਾਵੇ। ਇਸ ਕਰਕੇ ਇਹਨਾਂ ਨੇ ਆਪਣੇ ਆਪ ਨੂੰ ਆਪ ਹੀ ਦਾਅਵਾ ਵੀ ਦਿੱਤਾ ਕਿ ਅਸੀਂ ਬਹੁਤ ਮਹਾਨ ਕੰਮ ਕਰ ਰਹੇ ਹਾਂ ਤੇ ਬਾਕੀ ਲੋਕਾਂ ਨੇ ਇਹ ਕਿਹਾ ਕਿ ਤੁਸੀਂ ਘਬਰਾਓ ਨਾ, ਅਸੀਂ ਮਤਲਬ ਬਹੁਤ ਜਲਦੀ ਇਹ ਸਾਰੇ ਕੁਝ ਤੇ ਕਾਬੂ ਪਾ ਲੈਣ। ਠੀਕ ਹੈ। ਉਹਨਾਂ ਦਾ ਭਾਸ਼ਣ ਸੀ। ਠੀਕ ਹੈ। ਉਹਨਾਂ ਨੇ ਸਾਰਾ ਕੁਝ ਕੀਤਾ। ਹੁਣ ਮਸਲਾ ਇਹ ਹੈ ਕਿ ਪ੍ਰਧਾਨ ਮੰਤਰੀ ਨੂੰ ਇਹ ਭਾਸ਼ਣ ਦੇਣ ਲਈ ਮਜਬੂਰ ਹੋਣਾ ਪਿਆ। ਹਾਂਜੀ। ਫ੍ਰੀ ਵੈਕਸੀਨ ਦੇਣ ਦਾ ਇਹਨਾਂ ਦਾ ਕੋਈ ਮਾਮਲਾ ਹੀ ਨਹੀਂ ਸੀ ਤੇ ਹੋਰ ਕਿੱਥੋਂ ਸ਼ੁਰੂ ਹੋ ਗਿਆ ਕੰਮ। ਇਹਦੇ ਵਿੱਚ ਜਿੱਥੇ ਵਿਰੋਧੀ ਪ੍ਰਚਾਰ ਵੀ ਹੋਇਆ ਜਾਂ ਵਿਰੋਧ ਦੇ ਵਿੱਚ ਵੀ ਬਹੁਤ ਸਾਰੀਆਂ ਪਾਰਟੀਆਂ ਸੀ, ਪਰ ਉਹਦੇ ਨਾਲੋਂ ਕਿਤੇ ਵੱਧ ਪ੍ਰੈਸ਼ਰ ਵਾਲੀ ਗੱਲ ਬਣੀ ਜਿਹੜੀ ਸੁਪਰੀਮ ਕੋਰਟ ਦਾ ਫੈਸਲਾ। ਹਾਂਜੀ। ਕਿਉਂਕਿ ਸੁਪਰੀਮ ਕੋਰਟ ਨੇ ਸਿੱਧੇ ਸਵਾਲ ਕੀਤੇ ਜਾਂਦੇ ਕਿ ਤੁਸੀਂ ਇਹ ਦੱਸੋ ਕਿ ਦੁਨੀਆ ਵਿੱਚ ਕੋਈ ਇਹੋ ਜਿਹਾ ਦੇਸ਼ ਹੈਗਾ ਜਿਹੜਾ ਪੈਸੇ ਲੈ ਕੇ ਵੈਕਸੀਨ ਲਾਉਂਦਾ? ਸੁਪਰੀਮ ਕੋਰਟ ਨੇ ਇਹ ਗੱਲ ਕਹੀ ਕਿ ਤੁਸੀਂ ਇਹਦਾ ਜਵਾਬ ਦਿਓ ਕਿ 18 ਸਾਲ ਤੋਂ ਉੱਪਰ ਵਾਲੇ ਜਿਹੜੇ ਲੋਕ ਆ ਉਹ ਪੈਸੇ ਕਿਉਂ ਦੇ ਰਹੇ ਆ ਤੁਹਾਨੂੰ? ਕਿਉਂ ਦੇ? ਠੀਕ ਹੈ ਜੀ। ਤੁਸੀਂ ਕਿਉਂ ਫ੍ਰੀ ਨਹੀਂ ਦੇ ਰਹੇ? ਬਾਕੀ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਸਾਨੂੰ ਤੁਸੀਂ ਡਿਟੇਲ ਭੇਜੋ ਸਾਰੀ ਕਿ ਤੁਸੀਂ ਕਿਹੜੀ ਕੰਪਨੀ ਨੂੰ ਆਰਡਰ ਦਿੱਤੇ, ਕਿੰਨਾ ਪੈਸਾ ਦਿੱਤਾ, ਕਿਹੜੀ ਕੰਪਨੀ ਨੇ ਤੋਂ ਤੁਹਾਡੀ ਆਰਡਰ ਅਨੁਸਾਰ ਵੈਕਸੀਨ ਮਿਲੀ ਹੈ, ਕਿਹੜੀ ਤੋਂ ਨਹੀਂ ਮਿਲੀ। ਇਹਦੀ ਸਾਨੂੰ ਡਿਟੇਲ ਵਿਦ ਪ੍ਰੂਫ ਚਾਹੀਦੇ ਹੈ। ਠੀਕ ਹੈ ਜੀ। ਇਹਦਾ ਨਹੀਂ ਤੁਸੀਂ ਪ੍ਰੂਫ ਕਹਿ ਦਿਓ। ਅਸਲ ਦੇ ਵਿੱਚ ਇਹ ਸੁਪਰੀਮ ਕੋਰਟ ਨੂੰ ਵੀ ਇਹਨਾਂ ਦਾ ਨਜ਼ਰੀਆ ਬਣਿਆ ਸੀ ਕਿ ਇਹ ਪ੍ਰੋਵਾਈਡ ਨਹੀਂ ਕਰਦੇ ਕਿਸੇ। ਸੁਪਰੀਮ ਕੋਰਟ ਨੇ ਕਿਹਦਾ ਫੈਸਲਾ ਦਿੱਤਾ, ਉਸ ਤੋਂ ਬਾਅਦ ਇਹਨਾਂ ਨੇ ਹਲਫਨਾਮਾ ਦਾਇਰ ਕਰਕੇ ਇਹ ਗੱਲ ਕਹੀ ਕਿ ਜਿਹੜੇ ਸਰਕਾਰ ਦੇ ਫੈਸਲੇ ਆ ਇਹਦੇ ਵਿੱਚ ਦਖਲ ਦੇਣ ਨਾਲ ਤੁਹਾਡਾ ਸਾਡਾ ਜਿਹੜੇ ਸਿਸਟਮ ਆ ਉਹ ਸਹੀ ਚੱਲ ਨਹੀਂ ਰਿਹਾ। ਜਵਾਬ ਦੇ ਦਿੱਤਾ ਉਹਦੇ ਤੋਂ ਮਤਲਬ ਉਹਨਾਂ ਨੇ ਸੋਚਿਆ ਵੀ ਇਹਦਾ ਮਤਲਬ ਇਹ ਹੈ ਕਿ ਅਸੀਂ ਦੇਖਦੇ ਰਹੀਏ ਦਰਸ਼ਕ ਬੈਂਕ। ਫਿਰ ਉਹਨਾਂ ਨੇ ਸਖਤੀ ਨਾਲ ਜਦੋਂ ਇਹਨਾਂ ਨੂੰ 5 ਪੁਆਇੰਟ ਦਿੱਤੇ ਵੀ ਇਹਦੇ ਸਾਨੂੰ ਪ੍ਰੂਫ ਲੈ ਕੇ ਦਿਓ। ਹੁਣ ਤੁਸੀਂ ਦੱਸੋ ਕਿ 35,000 ਕਰੋੜ ਦੇ ਪ੍ਰੂਫ ਜਿਹੜੇ ਕਿੱਥੋਂ ਲਿਆਉਣਗੇ? ਠੀਕ ਹੈ। ਉਹ ਕੀਤੀ ਹੈ ਮੇਰੀ ਅਸੀਂ ਫੋਟੋ ਵੀ ਘਬਰਾ ਗਏ। ਸਰਕਾਰ ਗਈ ਹੈ ਇਹਦੇ ਨਾਲ ਕੱਲੀ ਸਰਕਾਰ ਹੀ ਨਹੀਂ, ਜਿਹੜਾ ਇਹਨਾਂ ਦੇ ਅੰਦਰ ਕਰਨ ਤੋਂ ਸ਼ੁਰੂ ਹੋਇਆ ਉਹਦੇ ਵਿੱਚ ਵੀ ਵੱਡਾ ਕਸੂਰਵਾਰ ਮੋਦੀ ਨੂੰ ਮੰਨਿਆ ਗਿਆ। ਕਿਉਂਕਿ 4.5 ਮਹੀਨੇ ਪਹਿਲੋਂ ਜਿਹੜਾ ਯੋਗੀ ਹੈ ਇਹਦੇ ਨਾਲ ਕੋਈ ਕੰਟਰੈਕਸ਼ਨ ਨਹੀਂ ਸੀ ਯੋਗੀ ਦੀ ਐਮਪੀ ਦਾ। ਜਦੋਂ ਪੀਐਮ ਨੇ ਇੱਕ ਸਕੀਮ ਦੀ ਉੱਥੇ ਇਹਦੀ ਸ਼ਰਮਾਂ ਨੂੰ ਉੱਥੇ ਯੂਪੀ
ਭੇਜ ਦਿੱਤਾ ਤੇ ਉਹਨੂੰ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਬਣਾਉਣ ਦੀਆਂ ਸਕੀਮਾਂ ਬਣਾਈਆਂ, ਉਦੋਂ ਫਿਰ ਇਹਨਾਂ ਦੀ ਕੰਟਰਾਡਿਕਸ਼ਨ ਤੇਜ਼ ਹੋ ਗਈ। ਹੁਣ RSS ਤੇ BJP ਇਹਨਾਂ ਦੀਆਂ ਜਿਹੜੀਆਂ ਮੀਟਿੰਗਾਂ ਹੋ ਰਹੀਆਂ, ਜਿਹੜੀ ਕਾਰਵਾਈ ਚੱਲ ਰਹੀ ਆ, ਉਹਦੇ ਵਿੱਚ ਇਹ ਦੋਵੇਂ ਹੀ ਇੱਕ ਦੂਸਰੇ ਦੇ ਮੁਕਾਬਲੇ 'ਚ ਸਪਸ਼ਟਤਾ ਕਰ ਗਿਆ ਕਿ ਕੋਈ ਇਸ ਗੱਲ ਨੂੰ ਮੰਨਣ ਨਹੀਂ ਪਿਆ। ਸਹਿਯੋਗੀ ਬੰਦੇ ਆਏ ਤੇ ਇਸ ਕਿਸਮ ਦੀਆਂ ਜਿਹੜੀਆਂ ਸਕੀਮਾਂ ਬਣੀਆਂ ਉਹਦੇ ਸਾਰੇ ਪ੍ਰੈਸ਼ਰ ਅਨੁਸਾਰ ਹੁਣ ਪ੍ਰੈਸ਼ਰ ਪੈ ਰਿਹਾ ਪਾਰਟੀਆਂ ਨੂੰ। ਇੱਕ ਗੱਲ ਬੜੀ ਨਵੀਂ ਆਈ ਹੈ, ਇਹ ਜਿੰਨੀਆਂ ਸਟੇਟਾਂ 'ਚ ਚੋਣਾਂ ਹੋਈਆਂ ਨੇ ਉਹਨਾਂ ਸਾਰੀਆਂ ਸਟੇਟਾਂ ਦੇ ਵਿੱਚ PM ਜਾ ਕੇ ਸਰਗਰਮੀ ਨਹੀਂ ਕਰੂ ਜਿਵੇਂ ਕਲਕੱਤੇ 'ਚ ਕੀਤੀ ਹੈ। ਅੱਛਾ ਜੀ ਕੀਤੀ ਹੈ। ਉਹ ਕਹਿੰਦਾ ਪੰਜਾਬ ਵਿੱਚ ਜਿਹੜੇ ਡਾਇਰੈਕਟ ਜਾ ਕੇ ਇਹਨੇ ਆਪਣੇ ਆਪ ਨੂੰ ਇਹਦਾ ਸ਼ੋਅ ਕੀਤਾ ਕਿ ਮੈਂ ਇਹਦਾ ਮੁਖੀਆ ਚੋਣ ਲੜ ਰਿਹਾ, ਇਹਦੇ ਨਾਲ ਸਾਡੀ ਬਦਨਾਮੀ ਹੋਈ, ਪਾਰਟੀਆਂ ਦੀ ਬਦਨਾਮੀ ਹੋਈ ਆ, ਪ੍ਰਧਾਨ ਮੰਤਰੀ ਦੇ ਅਹੁਦੇ ਦੀ ਬਦਨਾਮੀ ਹੋਈ ਆ। ਇਸ ਕਰਕੇ ਅਸੀਂ ਇਹ ਨਹੀਂ ਚਾਹੁੰਦੇ ਇਹ ਸਾਰੀਆਂ ਸਟੇਟਾਂ ਦੇ ਵਿੱਚ ਪ੍ਰਧਾਨ ਮੰਤਰੀ ਜਾਵੇ ਤੇ ਜਿਵੇਂ ਪਹਿਲੀਆਂ ਮਹੀਨੇ ਚਲਾਈ ਇਦਾਂ ਦੀ ਚਲਾਵੇ, ਇਹਦੇ ਨਾਲ ਸਾਡਾ ਨੁਕਸਾਨ ਬਹੁਤ ਵੱਡਾ ਹੋਇਆ। ਇਸ ਕਰਕੇ ਮੋਦੀ ਨਹੀਂ, ਇਹ ਵੀ ਇੱਕ ਮੁਸੀਬਤ ਬਣ ਗਈ। ਇਹਦਾ ਮਤਲਬ ਮੈਨੂੰ ਤੇ ਇੱਕ ਪਾਸੇ ਕਰਨ ਵਾਲੀ ਕਹਾਣੀ ਆ ਗਈ ਹੈ। ਗੱਲ ਵੀ ਸਹੀ ਹੈ, ਇਹਦਾ ਪ੍ਰਭਾਤੀ ਜਾਊਗਾ। ਜਦੋਂ ਹੁਣ ਇਹ ਪਿੱਛੇ ਰਹੂਗਾ ਜਾਂ ਇਹ ਉੱਥੇ ਜਾ ਕੇ ਸਰਗਰਮੀ ਨਹੀਂ ਕਰੂਗਾ ਤੇ ਨਾ ਤੇ ਇਹਦੇ ਕੋਲ ਰਿਹਾ ਜਾਣਾ ਤੇ ਨਾ ਹੀ ਮਤਲਬ ਇਹ ਉਹਦੇ ਤੇ ਆਪਣੀ ਸ਼ਾਨ ਸਮਝਦਾ। ਤੇ ਇਸ ਕਰਕੇ ਜਿਹੜੀ ਇੱਕ ਤਾਨਾਸ਼ਾਹੀ ਰੂਹ ਇਹਦੇ ਤੇ ਆ ਗਈ ਆ, ਉਹ ਇਹਨਾਂ ਬਚਾਇਆ ਕਰਦੇ ਅੰਦਰੋਂ ਨੂੰ ਕਿਸੇ ਤਰੀਕੇ ਨਾਲ ਸਾਬਤ ਕਰਦੇ ਆ ਕਿ ਮੈਂ ਅਜੇ ਵੀ ਲੋਕਾਂ ਚ ਬੜਾ ਹਰਮਤ ਲੋਕ ਅਜੇ ਵੀ ਮੈਨੂੰ ਬੜਾ ਚੰਗਾ ਸਮਝਦੇ ਆ। ਤੇ ਉਹ ਲਾ ਪਾ ਕੇ ਜਿਹੜਾ ਫੈਸਲੇ ਦੀ ਗੱਲ ਹੈ ਉਹਦੇ ਸਾਬਤ ਹੁੰਦਾ ਕਿ ਇਹਦਾ ਮਤਲਬ ਜਿਹੜੀ ਪੰਜ ਸਟੇਟਾਂ ਚ ਪਹਿਲਾਂ ਚੋਣ ਹੋਈ ਹੈ ਜਿਹਦੇ ਜਿਹਨੇ ਮੇਨ ਅਗਵਾਈ ਕੀਤੀ ਆ ਉਹਦੇ ਵਿਰੁੱਧ ਸਭਾ ਆ ਕੇ ਉਹਨਾਂ ਦੀ ਪਾਰਟੀ ਨੂੰ ਵੀ ਸੁਣ ਲਓ। ਇਸੇ ਕਰਕੇ ਜਿਹੜੀ ਜਿਹੜੀ ਮੈਂ ਇਹਦਾ ਇਹ ਕਿੱਸਾ ਆ ਕਿ ਕੱਲ ਕਲਕੱਤੇ ਆਪਣੇ ਲਖਨਊ ਜਾ ਕੇ ਜਿਹੜਾ ਇੱਕ ਮੇਨ ਇਹਨਾਂ ਦਾ BJP ਦਾ ਮੁੱਖ ਆਗੂ ਆ, ਉਹਨੇ ਜਾ ਕੇ ਗਵਰਨਰ ਨਾਲ ਗੱਲਬਾਤ ਕੀਤੀ ਹੈ, ਉੱਥੋਂ ਦੇ ਸਪੀਕਰ ਨਾਲ ਲੰਬੀ ਗੱਲਬਾਤ ਕੀਤੀ। ਹੁਣ ਇਹ ਦੋਵੇਂ ਚੀਜ਼ਾਂ ਕਿਸੇ ਨੂੰ ਨਹੀਂ ਜਾਉਣਾ ਵੀ ਇਹ ਜਿਹੜਾ ਅੰਦਰ ਖਾਤੇ ਕੰਮ ਹੋ ਰਿਹਾ ਕਿ ਇੱਕ ਲਿਫਾਫਾ ਦਿੱਤਾ ਗਵਰਨਰ ਨੂੰ ਬੰਦ ਵਿੱਚ ਕੀ ਲਿਖਿਆ ਸੀ ਇਹ ਕੀ ਕਰਨ ਵਾਲੇ ਆ, ਇਹ ਜੁਗਤਬੰਦੀ ਆ ਗਾਹ ਕੇ ਉੱਥੇ ਇੱਕ ਵੱਡੀ ਚੇਂਜ ਜਿਹੜੀ ਏਦਾਂ ਦੀ ਕਰਨਾ ਚਾਹੁੰਦੇ ਆ ਜਿਹਦਾ ਕਰਕੇ ਮਤਲਬ ਪ੍ਰਧਾਨ ਮੰਤਰੀ ਖੁਦ ਵੀ ਇਸ ਗੱਲ ਦੇ ਵਿੱਚ ਬਹੁਤ ਫਿਕਰਮੰਦੀ ਚਾਹੀ ਕੀ ਹੋਊਗਾ। ਉਹ ਗੱਲ ਵੀ ਇਹੋ ਜਿਹੀ ਹੈ ਕਿ ਅਗਰ ਉਹ ਕਿਹੜੀ ਗੱਲ ਤੇ ਜਿਹੜਾ ਕਰਕੇ ਸਪੀਕਰ ਨਾਲ ਗੱਲ ਕਰਨੀ ਪਈ ਕੀ ਕਰਨ ਲੱਗੇ ਤਾਂ ਮਤਲਬ ਕਿ ਚੇਂਜ ਹੋਵੇ, ਉਹ ਚੇਂਜ ਕਰਨਾ ਚਾਹੁੰਦੇ ਉਹਦੇ ਪਹਿਲਾਂ ਗੱਲ ਕਰ ਦੇਣਾ ਚਾਹੁੰਦੇ ਆ ਕਿ ਕਿਤੇ ਇਹ ਨਾ ਹੋਵੇ ਕਿ ਪੁਰਾਣੀ ਹਿਸਟਰੀ 'ਚ ਵੀ ਏਦਾਂ ਰਿਹਾ ਮਾਰਵਤੀ ਦੇ ਸਮੇਂ 'ਚ ਹੋਇਆ ਸੀ ਕਿ ਇਹਨੇ ਮਤਲਬ ਜਿਸ ਵੇਲੇ ਜਾ ਕੇ ਕਿਹਾ ਵੀ ਮੈਂ ਆਪਣਾ ਸਦਨ ਭੰਗ ਕਰਨ ਦੀ ਮਤਲਬ ਲੈ ਕੇ ਚੱਲੀ ਆ ਤੇ ਗਵਰਨਰ ਨੇ ਪਹਿਲਾਂ ਕਿਹਾ ਵੀ ਪਹਿਲਾਂ ਆ ਚੁੱਕਾ ਸਾਡੇ ਜਿਹੜੇ ਭਾਜਪਾ ਦੀ ਜਿਹੜੀ ਆ ਤੁਹਾਨੂੰ ਮੈਂ ਤਾਂ ਪਹਿਲਾਂ ਵਾਪਸ ਲੈ ਚੁੱਕੇ ਇਸ ਗੱਲ ਇਹੋ ਜਿਹਾ ਕਿ ਮੇਰੇ ਤਾਂ ਨਾ ਕੰਮ ਹੋ ਜਾਵੇ ਕਿ ਜਦੋਂ ਅਸੀਂ ਇੱਕ ਨਵੀਂ ਪ੍ਰਪੋਜ਼ਲ ਲੈ ਕੇ ਜਾਈਏ ਤੇ ਜੋਗੀ ਐਲਾਨ ਕਰਨ ਵਾਲੇ ਵੀ ਮੈਂ ਤੁਹਾਡੇ ਨਾਲ ਗੱਡੀ ਸ਼ੁਰੂ ਕਰ ਲੈ ਇਹ ਸਿਚੁਏਸ਼ਨ ਇਹ ਸਾਰੀ ਗੰਭੀਰ ਪ੍ਰਸਥਿਤੀ ਦੇ ਵਿੱਚ ਇਹਨੂੰ ਦੇਸ਼ ਯਾਦ ਆਇਆ। ਇਹਨੂੰ ਸੁਪਰੀਮ ਕੋਰਟ ਦੇ ਹੁਣ ਤੁਸੀਂ ਦੱਸੋ ਕਿ ਸੁਪਰੀਮ ਕੋਰਟ ਜਿਹਨੇ ਇਹਨਾਂ ਸਖਤ ਮਤਲਬ ਇਹਨਾਂ ਨੂੰ ਬਤਾਇਆ ਚੇਤਾਵਨੀ ਦਿੱਤੀ ਹੈ ਉਹ ਮੰਨਣਗੇ ਇਸ ਬਿਆਨ ਤੋਂ ਵੀ ਚਲੋ ਠੀਕ ਹੈ ਜੀ। ਉਹ ਕਹਿੰਦੇ ਵੀ ਇਹਦਾ ਮੰਨਣ ਵਾਲੀ ਕੋਈ ਗੱਲ ਨਹੀਂ, ਸਾਨੂੰ ਪ੍ਰੂਫ ਚਾਹੀਦੇ। ਸਾਨੂੰ ਮਤਲਬ ਕੱਲੇ ਪੈਸੇ ਜਿਹੜੇ ਕਰੋਨਾ ਲਈ ਤੁਸੀਂ ਖਰਚੇ ਆ ਉਹਦਾ ਹਿਸਾਬ ਦਿਓ। ਹੁਣ ਰਹਿ ਗਿਆ ਇਹ ਮਤਲਬ ਬਹੁਤ ਵੱਡਾ ਪ੍ਰੋਬਲਮ ਜਿਹਨੂੰ ਹੱਲ ਕਰਨ ਦੇ ਲਈ ਇਹ ਭਾਸ਼ਣ ਦੀ ਜ਼ਰੂਰਤ ਹੈ। ਪਰ ਇਹਦਾ ਅੱਜ ਆਪਾਂ ਇਹ ਦੇਖੀਏ ਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਆਜੂਗਾ ਕਿ ਪ੍ਰਧਾਨ ਮੰਤਰੀ ਬਹੁਤ ਮਹਾਨ ਵੀ ਅੱਜ ਉਹਨੂੰ ਮਤਲਬ ਅੱਜ ਨੂੰ ਯਾਦ ਆ ਗਿਆ ਕਿ ਇੰਨੀ ਵੱਡੀ ਮਹਾਮਾਰੀ ਬੜੀ ਲਾਸ਼ਾਂ ਰੋੜੀਆਂ ਰਹੀਆਂ ਵਿਆਹ 'ਚ ਉਦੋਂ ਬੋਲੇ ਹੀ ਔਰ ਇਹਦੀ ਇੱਕ ਰਿਵਾਜ ਹੈ ਵੀ ਇੱਕ ਮਹੀਨਾ ਇਹ ਕੁਛ ਨਹੀਂ ਬੋਲੇ ਨਾ ਅਮਸ਼ਾ ਬੋਲੇ ਨਾ ਇਹ ਬੋਲੇ ਕਿਉਂ ਉਦੋਂ ਇਹ ਕਿੱਥੇ ਸੀ। ਸੋ ਇਸ ਕਰਕੇ ਇਹ ਸਥਿਤੀ ਜਿਹੜੀ ਹੈ ਇਹ ਅੱਜ ਵੀ ਬੜੀ ਗੰਭੀਰ ਹੈ ਔਰ ਜਿਹੜਾ ਇਹ ਅੰਦੋਲਨ ਹੋ ਰਿਹਾ ਸਾਰੇ ਦੇਸ਼ ਦੇ ਵਿੱਚ ਇੱਕ ਵਿਦਰੋਹ ਫੈਲ ਚੁੱਕਾ ਹੈ। ਇਹ ਉਹਦਾ ਸਿੱਟਾ ਹੈ ਵੱਡੀ ਪੱਧਰ ਤੇ ਸੁਪਰੀਮ ਕੋਰਟ ਅੱਜ ਦੇਖ ਰਹੀ ਹੈ ਕਿ ਜੇ ਅਸੀਂ ਮੂੰਹ ਚੱਕ ਮਤਲਬ ਮੁੱਖ ਦਰਸ਼ਕ ਬਣ ਕੇ ਦੇਖਦੇ ਰਹੇ ਤੇ ਇਹ ਨਾ ਹੋਵੇ ਕਿ ਦੇਸ਼ ਤੇ ਐਡੀ ਵੱਡੀ ਬਗਾਵਤ ਫੈਲ ਗਈ ਜਾਂ ਹਾਲੀ ਕੋਈ ਨਾ ਪੰਜਾਬ ਦੀ ਗੱਲ ਕਰਨਾ ਚਾਹੁੰਦਾ ਮੈਂ ਜੀ। 3 ਮੈਂਬਰੀ ਕਮੇਟੀ ਬਣੀ ਸੀਗੀ, ਕਾਂਗਰਸੀਆਂ ਸਾਰਿਆਂ ਨੂੰ ਸੱਦ ਕੇ ਦਿੱਲੀ ਕੱਲੇ ਤੋਂ ਉਹਨਾਂ ਦੇ ਵਿਚਾਰ ਲੈ ਗਏ। ਉਹ ਕਮੇਟੀ ਦਾ ਮੁਖੀ ਸੀ ਜੀ ਸੀਨੀਅਰ ਕਾਂਗਰਸੀ ਆਗੂ ਅਰਜਨ ਖੜਗੇ।
ਉਹਨੇ ਜਿਹੜੀ ਰਿਪੋਰਟ ਤਿਆਰ ਕੀਤੀ ਤੇ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੀ ਹੈਗੀ। ਉਹ ਰਿਪੋਰਟ ਦੇ ਮੁਤਾਬਕ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਉਹ ਕਾਫੀ ਹੱਦ ਤੱਕ ਕੈਪਟਨ ਨੂੰ ਬਚਾ ਗਈਆਂ। ਉਹਦੇ ਪਿੱਛੇ ਲੱਗਦਾ ਵੀ ਇਦਾਂ ਕਿ ਕੈਪਟਨ ਸਭ ਤੋਂ ਅਖੀਰ ਤੇ ਬੋਲਿਆ ਤੇ ਜਦੋਂ ਅਖੀਰ ਤੇ ਬੋਲਦਾ ਉਹਦਾ ਪ੍ਰਭਾਵ ਵੱਧ ਹੁੰਦਾ, ਉਹਦੀਆਂ ਤਾੜੀਆਂ ਵੱਧ ਲੈ ਜਾਂਦਾ, ਲੋਕੀ ਵਾਹ ਕਰਦੇ ਚੰਗੀ, ਤੇ ਉਹ ਪਹਿਲੇ ਵਾਲੀ ਗੱਲ ਹੀ ਭੁੱਲ ਜਾਂਦੀ ਹੈ। ਤੇ ਇੱਕ ਪਾਸੇ ਤਾਂ ਕੈਪਟਨ ਦਾ ਇਹ ਪੇਚਾ ਪਿਆ ਹੋਇਆ ਸੀ ਆਪਦੇ ਲੀਡਰਾਂ ਨਾਲ, ਉੱਥੇ ਤਾਂ ਉਹਨੇ ਆਪਣੇ ਆਪ ਨੂੰ ਬਚਾ ਲਿਆ, ਪਰ ਪੰਜਾਬ ਦੇ ਵਿੱਚ ਜਿਹੜੇ ਵਿਰੋਧੀ ਪਾਰਟੀਆਂ ਅਕਾਲੀ ਦਲ ਹੈ ਜਾਂ ਆਮ ਆਦਮੀ ਪਾਰਟੀ ਆ, ਉਹ ਕੋਈ ਨਾ ਕੋਈ ਮੁੱਦਾ ਇਹ ਕਾਂਗਰਸ ਦੀ ਸਰਕਾਰ ਦੇ ਖਿਲਾਫ ਜਾਂ ਕੈਪਟਨ ਦੇ ਖਿਲਾਫ ਕੱਢੀ ਰੱਖਦੀਆਂ। ਇਹ ਸਾਰਾ ਕੁਝ ਕੀ ਹੈ ਜੀ? ਤੇ ਨਾਲ ਹੀ ਆਪਾਂ ਸੁਖਬੀਰ ਬਾਦਲ ਦੀ ਗੱਲ, ਆਮ ਆਦਮੀ ਦੀ ਪਾਰਟੀ ਦੀ ਗੱਲ, ਵਿੱਚ ਹੀ ਨਵਜੋਤ ਸਿੱਧੂ, ਵਿੱਚ ਹੀ ਮੈਡਮ ਸਿੱਧੂ, ਇਹ ਸਾਰਾ ਕੁਝ ਪੰਜਾਬ ਦਾ ਜੋ ਕੁਝ ਹੋਇਆ ਪਿਆ, ਉਥਲ ਪੁਥਲ ਬਚੀ ਪਈ ਹੈ, ਇਹਦੀ ਜ਼ਰੂਰ ਗੱਲ ਕਰਨੀ ਮੈਂ ਚਾਹੁੰਦਾ ਜੀ। ਕੀ ਦੇਖਦੇ ਹੋ ਤੁਸੀਂ ਜਿਹੜਾ ਅਰਜਨ ਖੜਗੇ ਵੱਲੋਂ ਰਿਪੋਰਟ ਦਿੱਤੀ ਗਈ ਹੈ, ਫਿਰ ਨਾਲ ਨਾਲ ਦੂਜਿਆਂ ਦੀ ਗੱਲ ਵੀ ਕਰਦਾ ਹੈ। ਸ਼ਾਂਤ ਹੋ ਜਾਣਾ, ਇੰਨੀ ਕੋਈ ਬਹੁਤੀ ਘਬਰਾਉਣ ਵਾਲੀ ਤਾਂ ਗੱਲ ਹੈ ਨਹੀਂ, ਪਰ ਇਹ ਆ ਕਿ ਇਸ ਵੇਲੇ ਜਿਹੜੇ ਸਭਾ ਤੋਂ ਪਾਸੇ ਕੀਤੇ ਗਏ ਆ, ਮੈਂ ਉਹਦੀ ਗੱਲ ਹੀ ਕਰੂੰਗਾ। ਸੁਖਬੀਰ ਬਾਦਲ ਨੇ ਬਿਆਨ ਦਿੱਤਾ ਆ ਕਿ ਦੇਖੋ ਜੀ ਇਹ ਘੁਟਾਲਾ ਬਹੁਤ ਵੱਡਾ ਹੈ, ਜਿਹੜਾ ਇਹ ਵੈਕਸੀਨ ਘੁਟਾਲਾ ਹੈ, ਵੇਚੀ ਗਈ ਹੈ, ਬਹੁਤ ਪੈਸਾ ਜਿਹੜਾ ਉਹ ਕੈਪਟਨ ਨੇ ਮਤਲਬ ਜਿਹੜਾ ਉਹ ਲਿਆ ਹੈ, ਔਰ ਇਹਦੀ ਸੀਬੀਆਈ ਜਾਂਚ ਕਰੇ। ਦੂਸਰੀ ਉਹ ਕਹਿੰਦਾ ਕਿ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਜੋ ਕੁਝ ਵੀ ਕੀਤਾ ਇਹਦੇ ਚ ਫੇਲ ਹੋਈ ਹੈ ਕੁਝ ਤੱਕ, ਔਰ ਇਹ ਸਰਕਾਰ ਜਿਹੜੀ ਆ ਇਹਦੇ ਤੇ ਕੈਪਟਨ ਜਿਹੜਾ ਹੈਗਾ ਆ ਉਹਨੇ ਜੇ ਇਹਨੂੰ ਨਾ ਸੁਧਾਰਿਆ ਸਾਰੀ ਨੀਤੀ ਨੂੰ ਤਾਂ ਅਸੀਂ ਉਹਦੇ ਘਰ ਦਾ ਘਰਾਓ ਕਰਾਂਗੇ। ਠੀਕ ਹੈ ਜੀ। ਉਹਦੀ ਉਹਨੇ ਡੇਟ ਵੀ ਦੇ ਦਿੱਤੀ ਹੈ। ਤੇ ਇੱਕ ਨਾਲ ਇਹ ਵੀ ਖਬਰ ਆਈ ਆ ਕਿ ਅਕਾਲੀ ਪਾਰਟੀ ਜਿਹੜੀ ਆ ਇਹਨੇ ਰਾਜ ਕੀਤਾ ਸੀ ਕਿ ਕਾਂਗਰਸ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਸੀਂ ਸਾਰਿਆਂ ਦੇ ਨਾਲ ਹੀ ਮਤਲਬ ਸਾਂਝੇ ਮੋਰਚੇ ਦੇ ਤਿਆਰ ਚੋਣਾਂ ਲੜਨ। ਹਾਂਜੀ। ਔਰ ਉਹਦੇ ਵਿੱਚ ਇਹ ਪਤਾ ਲੱਗਾ ਕਿ ਜਿਹੜੀ ਬਹੁਜਨ ਸਮਾਜ ਪਾਰਟੀ ਹੈ ਉਹਦੇ ਨਾਲ ਇਹਨਾਂ ਦੀ ਗੱਲਬਾਤ ਚੱਲਦੀ ਸੀ ਤੇ ਉਹ ਲਗਭਗ ਨੇੜੇ ਪਹੁੰਚ ਚੁੱਕੇ ਨੇ। ਔਰ ਸਮਾਜਵਾਦੀ ਪਾਰਟੀ ਦੇ ਆਗੂ ਨੇ ਇਹ ਗੱਲ ਕਹੀ ਹੈ, ਮੈਂ ਬਹੁਜਨ ਸਮਾਜ ਪਾਰਟੀ ਦੇ ਆਗੂ ਨੇ, ਇਹ ਫੈਸਲਾ ਅੰਤਮ ਜਿਹੜਾ ਹੈਗਾ ਉਹ ਮਾਇਆਵਤੀ ਨੇ ਕਰਨਾ, ਉਹ ਸਾਡੀ ਬਹੁਤ ਹੈ ਸੁਪਰੀਮੋ, ਤੇ ਬਾਕੀ ਸਾਰੀ ਗੱਲਬਾਤ ਸਾਡੀ ਤੈਅ ਹੋ ਚੁੱਕੀ ਹੈ। ਇਹ ਵੀ ਇੱਕ ਮਤਲਬ ਨਵੀਂ ਚੀਜ਼ ਹੈ। ਫਿਰ ਜਿਹੜੀ ਇਹਨੇ ਗੱਲ ਕਹੀ ਕਿ ਜਿੰਨੇ ਵੀ ਹੋਰ ਗਰੁੱਪ ਆ ਤੇ ਜਿੰਨੀਆਂ ਵੀ ਪਾਰਟੀਆਂ ਜਿਹੜੇ ਅਕਾਲੀਆਂ ਚ ਵਰਕ ਹੋਏ ਆ, ਅਸੀਂ ਕਿਸੇ ਨਾਲ ਵੀ ਮੋਰਚਾ ਬਣਾਉਣ ਲਈ ਤਿਆਰ ਹਾਂ। ਇਹ ਗੱਲ ਵੀ ਮਤਲਬ ਇਦਾਂ ਦੀ ਕਰਦੀ ਹੈ ਕਿ ਇਹੋ ਜਿਹਾ ਕੁਝ ਜੁਗਾੜ ਬਣਾ ਸਕਦੇ ਹੈਗੇ ਕਿ ਅਸੀਂ ਕਿਸੇ ਤਰ੍ਹਾਂ ਸੱਤਾ ਦੇ ਉੱਤੇ ਕਬਜ਼ੇ ਹੋ ਜਾਈਏ। ਹੁਣ ਅੱਗੇ ਦੇਖੋ ਕਿ ਕਿੰਨਾ ਕਾਮਯਾਬ ਹੁੰਦੇ ਆ ਜਾਂ ਨਹੀਂ ਹੁੰਦੇ। ਇਸ ਕਰਕੇ ਇਹ ਵੀ ਇੱਕ ਮਾਮਲਾ ਹੈਗਾ। ਇਸ ਤਰੀਕੇ ਦੇ ਨਾਲ ਜਿਹੜੀ ਇਹ ਸਿਚੁਏਸ਼ਨ ਹੈ ਕਾਫੀ ਮਤਲਬ ਅਜੀਬ ਬਣੀ ਹੋਈ ਹੈ। ਦੂਸਰੇ ਪਾਸੇ ਆਮ ਆਦਮੀ ਪਾਰਟੀ ਜਿਹੜੀ ਹੈ ਉਹਦੇ ਇੱਕ ਨਵਾਂ ਦੋਸ਼ ਲੱਗਦਾ ਵੀ ਜਿਹੜੀ ਫਤਿਹ ਨਾਂ ਦੀ ਕਿੱਟ ਇੱਕ ਬਣਾਈ ਹੈ, ਉਹਦੇ ਕੀ ਆ ਫਤਿਹ ਕਿੱਟ ਦੇ ਵਿੱਚ ਵੀ ਜਿਹੜਾ ਪੋਸਟਰ ਆ ਜਾਂਦਾ ਕਰੋਨਾ ਦਾ, ਉਹਨੂੰ ਉਹਦੇ ਵਿੱਚ ਕੋਈ ਵਿਟਾਮਿਨ ਸੀ ਦੀਆਂ ਗੋਲੀਆਂ ਜਾਂ ਕੁਝ ਮਤਲਬ ਜਿਹੜਾ ਹੈਗਾ ਹੋਰ ਸਹਾਇਤਾ ਦੇ ਲਈ ਜਿਹੜੀ ਜ਼ਰੂਰੀ ਚੀਜ਼ ਚਾਹੀਦੀ ਉਹ, ਤੇ ਇਸ ਕਰਕੇ ਉਹ ਵੀ ਇੱਕ ਸਕੈਂਡਲ ਹੈ। ਤੇ ਉਸ ਕੰਪਨੀ ਨੇ ਕੋਲੋਂ ਇਹਨਾਂ ਨੇ ਕਿੱਟ ਬਣਵਾਈਆਂ ਜਿਹੜੀ ਖੁਦ ਰਜਿਸਟਰਡ ਸੀ, ਉਹਦੇ ਵਿੱਚ ਵੀ ਜਿਹੜੀ ਹੇਰਾਫੇਰੀ ਹੋਈ ਆ ਉਹਦਾ ਵੀ ਕੀਤਾ ਜਾਵੇ। ਬਾਕੀ ਇਹ ਹੈ ਕਿ ਇੱਕ ਚੰਗੀ ਗੱਲ ਇਹ ਹੈ ਕਿ ਨਵਜੋਤ ਕੌਰ ਸਿੱਧੂ ਉਹਨੇ ਇੱਕ ਲੈਟਰ ਲਿਖਿਆ ਸਿਹਤ ਸਕੱਤਰ ਕਿ ਮੈਂ ਆਪਣੀਆਂ ਸੇਵਾਵਾਂ ਇਸ ਹਾਲਤ ਦੇ ਵਿੱਚ ਕੋਰੋਨਾ ਮਹਾਮਾਰੀ ਦੇ ਦੌਰ ਵਿੱਚ ਸਿਹਤ ਸੇਵਾਵਾਂ ਜਿਹੜੀਆਂ ਦੇਣਾ ਚਾਹੁੰਦੀ ਹੈ ਤੇ ਮੈਨੂੰ ਮਤਲਬ ਇਹਦੀ ਆਗਿਆ ਦਿੱਤੀ ਜਾਵੇ। ਤੇ ਮੈਂ ਤੇ ਕਹੂੰਗਾ ਚਲੋ ਉਹਨਾਂ ਦੀ ਚੰਗੀ ਇੱਕ ਮਤਲਬ ਸੋਚ ਹੈ, ਪਰ ਇਹ ਅੱਜ ਕਿਉਂ ਦਿੱਤਾ ਲੈਟਰ? ਪਹਿਲਾਂ ਕਿਉਂਕਿ ਕੋਰੋਨਾ ਮਹਾਮਾਰੀ ਨੂੰ ਘਟਾਈ ਨਹੀਂ ਹੋਗੀ। ਬਿਲਕੁਲ। ਇਹ ਵੀ ਸੀ ਕਿ ਨਵਜੋਤ ਕੌਰ ਸਿੱਧੂ ਕੋਲ ਵੱਡੀ ਮਿਹਨਤ ਤੇ ਚਲੀ ਹੋਈ ਸੀ ਕਿ ਜਿਹੜਾ ਉनको ਟਾਈਮ ਨਹੀਂ ਸੀ, ਪਰ ਮੈਨੂੰ ਇਹ ਲੱਗਦਾ
ਠੀਕ ਹੈ ਜੀ। ਜਿੰਨੇ ਪ੍ਰੋਟੈਸਟ ਕਰਨ ਵਾਲੇ ਆ, ਜਿਹੜੇ ਮਤਲਬ ਨਹੀਂ ਮੰਨਦੇ ਉਹਨਾਂ ਨੂੰ ਬਕਾਇਦਾ ਤੌਰ ਦੇ ਉੱਤੇ ਮਤਲਬ ਜਿਹੜਾ ਹੈਗਾ ਆ ਉਹ ਉਹਦੇ ਤੇ ਮਾਮਲੇ ਦਰਜ ਕਰਦੇ ਤੇ ਉਹਨਾਂ ਨੂੰ ਇਹ ਦੱਸਿਆ ਜਾਵੇ ਕਿ ਇਹਨਾਂ ਹਾਲਤਾਂ ਦੇ ਵਿੱਚ ਅਸੀਂ ਕਦੀ ਵੀ ਇਹ ਸਹਿਣ ਨਹੀਂ ਕਰਾਂਗੇ ਕਿ ਲੋਕ ਮਾਮਲਿਆਂ ਕਰਨ, ਉਹਨਾਂ ਨੂੰ ਸਖਤੀ ਨਾਲ ਕਾਨੂੰਨ ਮੰਨਣੇ ਹੋਣਗੇ। ਠੀਕ ਹੈ ਜੀ। ਤੇ ਇਹ ਚੀਜ਼ ਜਿਹੜੀ ਆ ਉਹ ਉਹਨਾਂ ਨੇ ਮਤਲਬ ਕੀਤੀ ਆ। ਸੋ ਇਹ ਸਾਰੇ ਸਿਨੈਰੀਓ ਤੇ ਜਿਹੜਾ ਬਣ ਰਿਹਾ ਕਿ ਜਿਹੜਾ ਆਉਣ ਵਾਲਾ ਸਮਾਂ ਆ ਕਿ ਕਾਫੀ ਮਤਲਬ ਨਵੀਆਂ ਚੀਜ਼ਾਂ ਉਧਰ ਉਧਰ ਨਵੇਂ ਗਠਬੰਧਨ ਬਣਨ ਤੇ ਦੂਸਰੇ ਸਾਰੇ ਕਰੂਗਾ। ਤੇ ਜਿੰਨੇ ਵੀ ਧੜੇ ਵਿਰੋਧੀ ਆ ਕੈਪਟਨ ਦੇ ਕਾਂਗਰਸ ਦੇ ਅੰਦਰ ਉਹਨਾਂ ਦੇ ਆਪੋ ਆਪਣੇ ਜਿਹੜੇ ਹੈਗੇ ਉਹ ਮਾਮਲੇ। ਜੇ ਆਪਾਂ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਇੰਟਰਸਟ ਹੋਗਾ ਦੂਜਾ ਉਹਨਾਂ ਦਾ ਉਹ ਚਾਹੁੰਦੇ ਆ ਮਤਲਬ ਸਾਨੂੰ ਉਹ ਮਾਰਕ ਤਕਾਰ ਨਾ ਸਾਨੂੰ ਕੁਝ ਨਹੀਂ ਮਿਲਿਆ ਜਿਹਦੇ ਅਸੀਂ ਹੱਕਦਾਰ ਆ ਜਿੱਦਾਂ ਅਸੀਂ ਪੁਰਾਣੇ ਸਮੇਂ ਤੋਂ ਕਰਦੇ ਪੁਰਾਣੇ ਸਮੇਂ ਤੋਂ ਅਸੀਂ ਆਉਂਦੇ ਔਰ ਸਾਨੂੰ ਪਿੱਛੇ ਕੀਤਾ ਗਿਆ। ਉਹ ਆਪਣਾ ਇੰਟਰਸਟ ਚਾਹੁੰਦੇ ਆ। ਜਿੰਨੀ ਗਰੁੱਪ ਜਿੰਨਾ ਵੀ ਆ ਜਾਂ ਆਪਣੇ ਰੰਧਾਵਾ ਸਾਰੇ ਹੀ ਇਹ ਗਰੁੱਪ ਜਿਹੜਾ ਹੈਗਾ ਇਹਦੇ ਆਪਣੇ ਆਪਣੇ ਮੁਕਾਬਲੇ ਵੱਖਰੇ ਆ। ਇਸ ਕਰਕੇ ਜਦੋਂ ਇਹਨਾਂ ਨੇ ਸਾਰਿਆਂ ਦੇ ਵਿਰੋਧ ਕਰਨਾ ਹੈ ਤੇ ਆਪੋ ਆਪਣੇ ਇੰਟਰਸਟ ਵੱਖਰੇ ਆ ਤੇ ਇਸ ਕਰਕੇ ਆਜ਼ਾਦੀ ਹੋ ਕੇ ਫਾਈਟ ਆਪਣੇ ਲੈਵਲ ਤੋਂ ਕਰਦੇ ਇਕੱਠੇ ਜੀ। ਔਰ ਮਨਦਰ ਸਿੰਘ ਤੇ ਸਿੱਧੂ ਦਾ ਮਾਮਲਾ ਹੋ ਰਿਹਾ। ਹਾਂਜੀ ਪਰ ਸਾਹਿਬ ਇਹ ਜਿਹੜਾ ਉਹਨੇ ਜਿਹੜੀ ਉਹ 3 ਮੈਂਬਰੀ ਕਮੇਟੀ ਦੀ ਰਿਪੋਰਟ ਗਈ ਹੈ ਹਾਈ ਕਮਾਂਡ ਨੂੰ ਉਹਦਾ ਕੀ ਪ੍ਰਭਾਵ ਪਊਗਾ? ਦੇਖੋ ਉਹਦਾ ਪ੍ਰਭਾਵ ਇਹ ਆ ਕਿ ਜਿਹੜੀ ਉਹਨੇ ਰਿਪੋਰਟ ਦਿੱਤੀ ਹੈ ਜੋ ਕੋਈ ਉਹਨਾਂ ਦੀ ਡਾਕੂਮੈਂਟ ਸੀ ਉਹਨਾਂ ਨੇ ਕਲੀਅਰ ਕਰ ਦਿੱਤਾ। ਇਹ ਤਾਂ ਉਹਨਾਂ ਨੇ ਕਲੀਅਰ ਕਰਤਾ ਕਿ ਕੈਪਟਨ ਦੀ ਅਗਵਾਈ ਦੇ ਵਿੱਚ ਹੀ ਜਿਹੜੀ ਸਾਰਾ ਕੁਝ ਹੋਣਾ। ਇਹ ਜਿਹੜੀਆਂ ਮੁੱਦਾ ਉੱਠ ਰਹੀਆਂ ਸੀ ਕਿ ਕੈਪਟਨ ਦੀ ਥਾਂ ਦੇ ਉੱਤੇ ਕੋਈ ਹੋਰ ਆਗੂ ਬਾਜੂਗਾ ਜਾਂ ਹੋਰ ਦਾ ਆਉਣ ਵਾਲਾ ਮੁੱਖ ਮੰਤਰੀ ਦਾ ਐਲਾਨ ਕਰ ਦਿਆਂਗੇ ਜਾਂ 2 ਉਪ ਮੁੱਖ ਮੰਤਰੀ ਬਣਾ ਦਿਆਂਗੇ। ਉਹਨਾਂ ਨੇ ਔਰ ਬੜਾ ਖਿਆਲ ਸਿਆਣਪ ਹੀ ਕੀਤੀ ਉਹਨਾਂ ਨੇ ਕਿਉਂਕਿ ਇਸ ਸਮੇਂ ਦੇ ਵਿੱਚ ਜਿਹੜਾ ਝਗੜਾ ਸ਼ੁਰੂ ਹੁੰਦਾ ਇਹ ਕੰਮ ਸਾਰਾ ਹੀ ਜਿਹੜਾ ਹੈਗਾ ਖੇਡਣ ਜਾਣਾ। ਔਰ ਮੈਂ ਸਮਝਦਾ ਕਿ ਕੈਪਟਨ ਦੀ ਜਿਹੜੀ ਬੈਠੀ ਸੀ ਕਿਉਂਕਿ ਕੱਲ ਵੀ ਆਪਾਂ ਗੱਲ ਕੀਤੀ ਜਿਹੜਾ ਇੰਨਾ ਲੰਬਾ ਸਮਾਂ ਦੇ ਰਿਹਾ ਇਸ ਦਾ ਮੇਰਾ ਸਬੂਤ ਲੈ ਕੇ ਗਿਆ ਉਹਦਾ ਪ੍ਰਭਾਵ ਕਿਤੇ ਨਾ ਕਿਤੇ ਜ਼ਰੂਰ ਰਾਜਕੁਮਾਰ ਤੇ ਪਿਆ। ਔਰ ਉਹਨੇ ਇੱਕ ਕਿਸਮ ਦਾ ਇਹਨਾਂ ਨੂੰ ਸਾਰਿਆਂ ਨੂੰ ਇੱਕ ਤਰੀਕੇ ਦੇ ਨਾਲ ਸਪਸ਼ਟ ਹੀ ਕਰ ਦਿੱਤਾ ਕਿ ਤੁਸੀਂ ਜੇ ਝਾਂਸਾ ਲੈ ਕੇ ਘੁੰਮ ਰਿਹਾ ਇਹ ਕੁੜੀਆਂ ਨਹੀਂ ਦੇਖੋ। ਠੀਕ ਹੈ ਜੀ। ਕੈਪਟਨ ਦੀ ਅਗਵਾਈ ਦੇ ਕਿਉਂਕਿ ਗੱਲ ਵੀ ਇਹ ਸਹੀ ਹੈ ਕਿ ਅੱਜ ਕੈਪਟਨ ਦੀ ਅਗਵਾਈ ਦੀ ਤਾਂ ਕਿਸੇ ਹੋਰ ਦੀ ਅਗਵਾਈ 'ਚ ਇਲੈਕਸ਼ਨ ਲੱਗ ਗਿਆ ਤਾਂ ਵਾਕਿਆ ਹਾਰੇ ਹੀ ਹੈ। ਕਿਉਂਕਿ ਸਮੱਸਿਆ ਇਹਨਾਂ ਦੀ ਨਹੀਂ ਸਮੱਸਿਆ ਭਾਰਤ ਪੰਜਾਬ ਦੇ ਲੋਕਾਂ ਦੀ ਹੈ ਕਿ ਪੰਜਾਬ ਦੇ ਲੋਕ ਇਸ ਹਾਲਤ ਦੇ ਵਿੱਚ ਹੋਰ ਕਿਸੇ ਤੇ ਇੰਨਾ ਵਿਸ਼ਵਾਸ ਕਰ ਲੈਣਗੇ ਜਿੰਨਾ ਉਹ ਕੈਪਟਨ ਦੇ ਕਰਕੇ ਬੈਠੇ ਭਾਵੇਂ ਉਹਨੇ ਕੰਮ ਹੋਏ ਜਾਂ ਨਹੀਂ ਹੋਏ ਜਾਂ ਕਿੰਨੇ ਕੀਤੇ ਵੱਖਰੀ ਸੀ ਉਹ ਮੁਕਾਬਲੇ 'ਚ ਕੀ ਹੈ। ਫਿਰ ਇਹ ਕਿ ਜੇ ਉਹ ਇਸ ਤਰ੍ਹਾਂ ਦਾ ਸੋਚਦੇ ਆ ਤਾਂ ਦੂਏ ਪਾਸੇ ਜਿੰਨੇ ਵੀ ਇਸ ਵੇਲੇ ਸ਼ਹਿਰ ਆ ਕੇ ਬੈਠੇ ਆ ਆਮ ਆਦਮੀ ਪਾਰਟੀ ਆ ਉਹ ਆਪਣਾ ਪ੍ਰੋਜੈਕਟ ਕਰ ਰਹੀ ਹੈ ਤੇ ਜਿਹਦੇ ਚ ਅਸੀਂ ਆ ਸਾਰਾ ਕੁਛ ਕੀਤਾ ਇਹਦਾ ਪ੍ਰਭਾਵ ਮਤਲਬ 50-50 ਰਹਿ ਜਾਂਦਾ ਹੈ ਕਿਉਂਕਿ 50% ਤੇ ਅਸਰ ਹੁੰਦਾ ਮੇਰੇ ਸਮਝਦਾ ਤੇ ਬਾਕੀ ਲੋਕਾਂ ਨੇ ਆ ਕਿ ਇੱਥੇ ਇਹਨਾਂ ਨੇ ਪਿਛਲੇ ਸਮੇਂ ਚ ਕੀ ਕੀਤਾ ਸੀ ਉਹ ਉਹਨਾਂ ਨੇ ਅੱਖੀਂ ਦੇਖ ਲਿਆ ਨਹੀਂ ਤੇ ਇਹਨਾਂ ਦੀ ਆਪਣੇ ਲੋਕਾਂ ਨੇ ਇੱਕ ਕਿਸਮ ਦੀ ਇਹਨਾਂ ਨੂੰ ਸਦਾ ਦੇਣ ਦੀ ਸੋਚ ਬਣਾ ਕੇ ਵਾਪਸ ਲਈ ਸੀ ਆਖਰ ਸਮੇਂ ਬਿਲਕੁਲ ਜਦੋਂ ਇਹਨਾਂ ਦੇਖਿਆ ਕਿ ਉਹ ਬੰਦੇ ਲੈ ਕੇ ਆ ਗਏ ਜਿਹੜੇ ਇੱਥੇ ਉਧਰੋਂ ਪਾਰਟੀਆਂ ਦੇ ਦੌੜੇ ਤੇ ਇਹ ਚੀਜ਼ਾਂ ਜਿਹੜੀਆਂ ਆਈਆਂ ਨੇ ਇਹ ਪ੍ਰਭਾਵ ਜਾ ਰਿਹਾ। ਬਾਕੀ ਮੈਨੂੰ ਨਹੀਂ ਲੱਗਦਾ ਕਿ ਸੁਖਬੀਰ ਬਾਦਲ ਦੇ ਬਿਆਨ ਜਾਂ ਦੂਸਰੇ ਸਾਰੇ ਉਹ ਅਸਰ ਪਾ ਲੈਣਗੇ ਜਾਂ ਇਹਦਾ ਪ੍ਰਚਾਰ ਕਰਦੇ ਜੀ ਇਹ ਕੰਮ ਕਰੋ ਜਿਹੜਾ ਖੁਦ ਭ੍ਰਿਸ਼ਟ ਹੈ ਜਿਨ੍ਹਾਂ ਨੇ ਕਰੋੜਾਂ ਅਰਬਾਂ ਰੁਪਈਆ ਪੰਜਾਬ ਵੀ ਪੂਰਾ ਨਿਕਲ ਲਿਆ ਉਹ ਅੱਜ ਇਹ ਗੱਲ ਕਰਦੇ ਉਹ ਕੋਈ ਵੀ ਪ੍ਰਭਾਵਸ਼ਾਲੀ ਨਹੀਂ ਹੈ ਕਿਸੇ ਨੂੰ ਦੇ ਉਹਨਾਂ ਦੇ ਆਪਣੇ ਮਨ ਦੀ ਮਨੋ ਦਸ਼ਾ ਹੈ ਜੋ ਮਰਜ਼ੀ ਸੋਚ ਲੈ। ਠੀਕ ਹੈ। ਲੋਕਾਂ ਦੇ ਜਿਹੜੇ ਪ੍ਰਭਾਵ ਹੈ ਉਹ ਇਹ ਨਹੀਂ ਪੈਣ ਵਾਲੇ। ਬਿਲਕੁਲ ਠੀਕ। ਪਟੇਲ ਸਾਹਿਬ ਇੱਕ ਦੋ ਗੱਲਾਂ ਜਿਹੜੀਆਂ ਹੋਰ ਕਰਨ ਵਾਲੀਆਂ ਹੈਗੀਆਂ ਸੀ ਕਰੋਨਾ ਦੇ ਬਾਰੇ ਕਰ ਲਈਏ ਤੋਂ ਪਹਿਲਾਂ ਕਰੋਨਾ ਦੀ ਕੀ ਲੇਟੈਸਟ ਸਿਚੁਏਸ਼ਨ ਹੈਗੀ ਇੰਡੀਆ ਵਿੱਚ? ਹਾਂਜੀ ਕਰੋਨਾ ਦੀ ਜਿਹੜੀ ਲੇਟੈਸਟ ਸਿਚੁਏਸ਼ਨ ਹੈ ਉਹ ਕਾਫੀ ਚੰਗੀ ਹੈ ਇਹਨੂੰ ਚੰਗਾ ਕਹਿਣਾ ਚਾਹੀਦਾ ਕਿਉਂਕਿ ਅੱਜ ਦੀ ਜਿਹੜੀ ਹੈਗੀ ਆ ਹਾਲਾਤ ਉਹਦੇ ਵਿੱਚ 1,06,36 ਕੋਵਿਡ ਪੇਸ਼ੈਂਟ ਨਵੇਂ ਆਏ 24 ਘੰਟਿਆਂ 'ਚ। ਠੀਕ ਹੈ। ਤੇ 2427 ਡੈਥ ਹੋਈ ਤੇ ਮੇਰੇ ਖਿਆਲ ਪਹਿਲੀ ਵਾਰੀ ਆ ਨਹੀਂ ਤਾਂ ਬਹੁਤ ਉੱਪਰ ਚਲੇ ਗਿਆ ਸੀ ਇਹ ਸਾਰਾ 3 ਲੱਖ ਤੋਂ ਵੀ ਉੱਪਰ ਸੀ ਜਿਹੜਾ ਹੌਲੀ ਘਟਦਾ ਚੱਲੇ ਹੋਇਆ। ਹੁਣ ਇਹਦੇ ਵਿੱਚ ਲਾਕਡਾਊਨ ਦਾ ਅਸਰ ਹੈ। ਹੁਣ ਲਾਕਡਾਊਨ ਦੇ ਨਾਲ ਜਿਹੜੀ ਵੈਕਸੀਨ ਦੀ ਮਤਲਬ ਵੰਡ ਦੀ ਗੱਲ ਆਈ ਆ ਜਿਹੜੀ
ਮਿਲਦੀ ਰਹੀ, ਇਹ ਸਭ ਤੋਂ ਨੈਗੇਟਿਵ ਚੀਜ਼ ਹੈ। ਕਿਉਂਕਿ ਇਹਦਾ ਅਸਲ ਤੇ ਹੈ ਨਾ ਕਿ ਜਿੰਨੀ ਟੈਸਟਿੰਗ ਦੂਸਰੀ ਵਧੂਗੀ ਉਹਦੇ ਨਾਲ ਹੀ ਕੰਟਰੋਲ ਹੋਣਾ, ਇਹ ਗੱਲ ਸਪਸ਼ਟ ਹੈ। ਹੁਣ ਲੋਕਾਂ ਨੂੰ ਤੁਸੀਂ ਲਾਕਡਾਊਨ ਦੇ ਵਿੱਚ ਜਿਵੇਂ ਦਿੱਲੀ ਦੇ ਵਿੱਚ ਵੀ ਉਹਨਾਂ ਨੇ ਕੁਝ ਖੁੱਲ੍ਹਾ ਦੇ ਦਿੱਤੀਆਂ ਲਾਕਡਾਊਨ ਦੇ ਵਿੱਚ, ਔਰ ਮਹਾਰਾਸ਼ਟਰ ਦੇ ਵਿੱਚ ਵੀ 18 ਜਿਹੜੇ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਤਾਂ ਬਿਲਕੁਲ ਲਾਕਡਾਊਨ ਉਹਨਾਂ ਚੁੱਕਦਾ, ਜਿੱਥੇ ਹੈ ਹੀ ਪੇਸ਼ੈਂਟ ਹੀ ਖਤਮ ਹੋ ਗਏ ਸੀ। ਤੇ ਬਾਕੀ ਦੇ ਜਿਹੜੇ ਬੰਬੇ ਦੇ ਵਿੱਚ ਆ ਉੱਥੇ ਜੇ ਲਾਗੂ ਆ ਉੱਥੇ ਵੀ ਥੋੜੀ ਖੁੱਲ੍ਹ ਦੇ ਰਹੇ ਆ, ਉਹ ਹੌਲੀ ਹੌਲੀ ਇਹਦੀ ਚੁੱਕਣ ਦੀ ਗੱਲ ਕਰ ਰਹੇ ਆ। ਪਰ ਇਹ ਗੱਲ ਲਾਜ਼ਮੀ ਆ ਕਿ ਜੇ ਇੱਕੋ ਸਾਰੀ ਦੁਨੀਆ ਦਾ ਜੋਤ ਸਰਦਾ ਜੇ ਟੈਸਟਿੰਗ ਔਰ ਵੈਕਸੀਨੇਸ਼ਨ ਨਾ ਕੀਤੀ ਗਈ ਤਾਂ ਇਹ ਸਮੱਸਿਆ ਮੋੜ ਮੋੜ ਕੇ ਉੱਠਦੀ ਰਹੂਗੀ ਤੇ ਵਾਰ-ਵਾਰ ਲਾਕਡਾਊਨ ਲੱਗਣਗੇ ਲੈਣਗੇ ਤਾਂ ਪੈਦਾ ਕੀ ਹੋ ਕੁਝ ਨਹੀਂ ਆਪਣੇ ਨਿਕਲਣਾ। ਇਸ ਕਰਕੇ ਇਹਦੇ ਤੇ ਜ਼ੋਰ ਦੇਣਾ ਚਾਹੀਦਾ। ਜਿੱਦਾਂ ਹੁਣ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ, ਮੈਂ ਤਾਂ ਇਹਦੇ 'ਚ ਕੁਛ ਚਾਹੀ ਸਮਝਦਾ ਨਹੀਂ, ਕਿਉਂਕਿ ਇਹਨੂੰ ਪੁੱਛਿਆ ਜਾਵੇ ਕਿ ਜਿਹੜੀ ਵੈਕਸੀਨ ਦੀ ਗੱਲ ਕਰ ਦਿੱਤੀ, ਵੈਕਸੀਨ ਹੈਗੀ ਕਿੱਥੇ ਹੈ ਤਾਂ ਦੱਸੋ। ਜੇ ਕਹਿੰਦਾ ਆਉਂਦੀ ਹੈ ਜੀ, ਆ ਰਹੀ ਹੈ ਜੀ, ਉਹ ਉਧਰੋਂ ਆ ਰਹੀ ਹੈ ਇੱਧਰੋਂ ਆ ਰਹੀ, ਤਾਂ ਉਹਦਾ ਕੋਈ ਅਰਥ ਬਣ ਨਹੀਂ ਜਾਂਦਾ। ਹਾਂਜੀ ਹਾਂਜੀ ਪਰ ਸਾਹਿਬ ਇਹਦੇ ਦੌਰਾਨ ਇੱਕ ਮੈਂ ਤੁਹਾਡੇ ਨਾਲ ਖਬਰ ਸਾਂਝੀ ਕਰਨੀ ਚਾਹੁੰਦਾ ਜੀ। ਦਿੱਲੀ ਦੇ ਵਿੱਚ ਇੱਕ ਸਰਕਾਰੀ ਹਸਪਤਾਲ ਹੈ ਜੀ, ਵੱਲਭ ਭਾਈ ਪਟੇਲ। ਉੱਥੇ ਦਿੱਲੀ ਵਿੱਚ ਇੱਕ ਸਰਕਾਰੀ ਹਸਪਤਾਲ ਹੈਗਾ ਜੀ, ਵੱਲਭ ਭਾਈ ਪਟੇਲ ਹਸਪਤਾਲ, ਤੇ ਉੱਥੋਂ ਇੱਕ ਖਬਰ ਆਈ ਆ ਕਿ ਉੱਥੇ ਦੀ ਨਰਸਾਂ ਕੰਮ ਕਰਦੀਆਂ, ਉਹਨਾਂ ਤੇ ਮਲਿਆਲਮ ਵਿੱਚ ਗੱਲਬਾਤ ਕਰਨ ਤੇ ਪਾਬੰਦੀ ਲਾ ਦਿੱਤੀ ਗਈ। ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਜੇ ਕੋਈ ਗੱਲ ਵੀ ਕਰਨੀ ਆ ਮਰੀਜ਼ ਨਾਲ ਕਰਨੀ ਆ, ਉਹ ਤਾਂ ਨੈਚੁਰਲੀ ਜਿਹੜੇ ਮਰੀਜ਼ ਦਿੱਲੀ ਵਿੱਚ ਹੈਗੇ ਆ ਉਹ ਹਿੰਦੀ ਬੋਲਣ ਵਾਲੇ ਹੋਣਗੇ ਜਾਂ ਅੰਗਰੇਜ਼ੀ ਬੋਲਣ ਵਾਲੇ ਹੋਣਗੇ। ਤੁਸੀਂ ਆਪਸ ਵਿੱਚ ਵੀ ਗੱਲ ਜਦੋਂ ਕਰਨੀ ਆ ਅੰਗਰੇਜ਼ੀ ਜਾਂ ਹਿੰਦੀ ਵਿੱਚ ਹੀ ਕਰਨੀ ਆ, ਮਲਿਆਲਮ ਵਿੱਚ ਤੁਸੀਂ ਗੱਲਬਾਤ ਨਹੀਂ ਕਰ ਸਕਦੇ। ਕੀ ਲੱਗਦਾ ਹੈ ਇਦਾਂ ਦੇ ਕਿਉਂ ਹੁਕਮ ਜਾਰੀ ਕੀਤੇ ਗਏ? ਇਹ ਤੁਰਕੀ ਫਰਮਾਨ ਹੈ ਔਰ ਅੱਠ ਘਟੀਆ ਲੋਕ ਹੈ ਜਿਹੜੇ ਸਤਾ ਤੇ ਬੈਠੇ ਆ, ਕ੍ਰਿਮੀਨਲ ਹੈ, ਫਿਰਕੂ ਆ ਔਰ ਫਾਸ਼ੀ ਹੈ। ਇਸੇ ਕਰਕੇ ਆਪਾਂ ਕਹਿੰਦੇ ਹਾਂ ਕਿ ਫਿਰਕੂ ਫਾਸ਼ਿਜ਼ਮ ਹੈ ਕਿ ਨਵੀਂ ਨਸਲ ਜਿਹੜੀ ਉਹ ਪੈਦਾ ਹੋ ਗਈ ਆ, ਉਹ ਨਹੀਂ ਸਹਿਣ ਕਰਦੇ ਕਿਸੇ ਨੂੰ ਹੋਰ ਨੂੰ ਵੀ, ਉਹਨਾਂ ਦੀ ਉਹ ਵਾਰ-ਵਾਰ ਕੇ ਸਾਹਮਣੇ ਆ ਰਹੀ ਹੈ। ਇਹੋ ਚੀਜ਼ਾਂ ਜਿਹੜੀਆਂ ਇਹਨਾਂ ਦੀਆਂ ਜਿਹੜੀਆਂ ਪਕੜੀਆਂ ਔਰ ਇਹ ਇੰਨੀ ਨਫ਼ਰਤ ਕੋਈ ਕਿਸ ਭਾਸ਼ਾ 'ਚ ਗੱਲ ਕਰਦਾ, ਇੰਨੀ ਨਫ਼ਰਤ ਅੰਗਰੇਜ਼ ਜਦੋਂ ਭਾਰਤ ਤੇ ਰਾਜ ਕਰਦੇ ਸੀ ਉਹਨਾਂ ਨੇ ਆਪ ਤਾਂ ਹਿੰਦੀ ਪੰਜਾਬੀ ਥੋੜੀ ਸਿੱਖ ਲਈ, ਕਦੀ ਉਹਨਾਂ ਇਹ ਨਫ਼ਰਤ ਨਹੀਂ ਕੀਤੀ ਸੀ ਕਿ ਤੁਸੀਂ ਆਪਸ ਦੇ ਵਿੱਚ ਪੰਜਾਬੀ ਜਾਂ ਹਿੰਦੀ ਦੀ ਗੱਲ ਕਿਉਂ ਕਰਦੇ ਆ। ਇਹ ਉੱਪਰ ਵੀ ਉੱਪਰ ਦੀ ਨਜ਼ਰ ਆ ਗਈ। ਇਸ ਕਰਕੇ ਮੈਂ ਸਮਝਦਾ ਕਿ ਇਹੋ ਜਿਹੇ ਜਿਹੜੇ ਵਾਲੇ ਲੋਕ ਹੈ ਉਹਦਾ ਇਹਦਾ ਮਤਲਬ ਹੈ ਕਿ ਜੇ ਉਹਨਾਂ ਦਾ ਵਕਤ ਨਹੀਂ ਚੱਲਦਾ, ਜੇ ਵਕਤ ਚੱਲੇ ਤਾਂ ਸਾਰਿਆਂ ਨੂੰ ਪਤਾ ਨਹੀਂ ਕਿਹੜੀਆਂ ਸਜ਼ਾਵਾਂ ਦੇ ਦੇਣ ਭਾਸ਼ਾ ਬੋਲਣ ਤੇ। ਬਿਲਕੁਲ ਬਿਲਕੁਲ ਨਹੀਂ ਤਾਂ ਕੋਈ ਇਹਦਾ ਕਹਿ ਸਕਦਾ, ਦੇਖੋ ਇੱਥੇ ਵਿਦੇਸ਼ਾਂ 'ਚ ਕਿੰਨੇ ਭਾਰਤੀ ਰਹਿੰਦੇ। ਹਾਂਜੀ ਲੱਖਾਂ ਦੀ ਕਦੀ ਕਿਸੇ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਆਪਣੀ ਭਾਸ਼ਾ ਦੀ ਗੱਲ ਨਹੀਂ ਕਰਦੇ। ਇੱਥੋਂ ਤੱਕ ਕਿ ਤੁਸੀਂ ਜਦੋਂ ਇੱਥੇ ਵੈਲਕੋ ਏਅਰਪੋਰਟ ਤੇ ਜਾਂ ਟਰਾਂਟੋ ਏਅਰਪੋਰਟ ਤੇ ਉਤਰਦੇ ਤੁਹਾਨੂੰ ਪੰਜਾਬੀ 'ਚ ਲਿਖੇ ਵੀ ਮਤਲਬ ਮਿਲ ਜਾਂਦੇ ਆ। ਬਿਲਕੁਲ ਸਾਈਨ ਲਿਖੇ ਹੋਏ ਲੋਕਾਂ ਦੇ ਮਤਲਬ ਵਿਸ਼ਾਲ ਸਮਝ ਕਿੰਨੀ ਹੈ। ਔਰ ਇਹ ਚੀਜ਼ ਆ ਜਿਹੜੀ ਇਹ ਸਪਸ਼ਟ ਕਰਦੀ ਆ ਕਿ ਮਨ ਦੇ ਅੰਦਰ ਕਿਸ ਕਿਸਮ ਦੀ ਜ਼ਹਿਰ ਭਰੀ ਹੈ ਕਿ ਇੱਕ ਦੇਸ਼ ਦੇ ਲੋਕ ਉਹ ਕਿਹੜੀ ਭਾਸ਼ਾ 'ਚ ਕਿਵੇਂ ਗੱਲ ਕਰਦੇ ਉਹਦੇ ਤੇ ਵੀ ਪਾਬੰਦੀ। ਜਿਹੜੀ ਕੋਈ ਬਾਹਰੋਂ ਆ ਕੇ ਦੇਸ਼ 'ਚੋਂ ਆ ਕੇ ਜੇ ਗੱਲ ਕਰੇ, ਕੋਈ ਵਿਦੇਸ਼ ਤੋਂ ਜਿੰਨੇ ਵੀ ਆਉਂਦੇ ਆ ਉਹਨਾਂ ਨੂੰ ਕਹਿ ਸਕਦਾ ਤੁਸੀਂ ਆਪਣੀ ਭਾਸ਼ਾ ਦੀ ਗੱਲ ਨਹੀਂ ਕਰਨੀ। ਮੈਂ ਸਮਝਦਾ ਕਿ ਇਹੋ ਜਿਹੇ ਮਤਲਬ ਵਿਅਕਤੀ ਨੂੰ ਜਿਹੜਾ ਫਰਮਾਨ ਜਾਰੀ ਕਰਨਾ ਉਹਨੂੰ ਮਤਲਬ ਕਿਸੇ ਕੀਮਤ ਦੇ ਉੱਤੇ ਵੀ ਵਾਕ ਕਰਨਾ ਨਹੀਂ ਚਾਹੀਦਾ। ਠੀਕ ਹੈ। ਔਰ ਜੇ ਇਹ ਚੀਜ਼ ਜਿਹੜੀ ਆ ਸੁਪਰੀਮ ਕੋਰਟ 'ਚ ਚਲੇ ਜਾਏ ਤਾਂ ਇਹ ਜਿਹੜੇ ਸਾਡੇ ਫੰਡਾਮੈਂਟਲ ਰਾਈਟ ਹੈਗਾ ਉਹਦੇ ਤੇ ਪੂਰੀ ਤਰ੍ਹਾਂ ਮਤਲਬ ਹੈਗਾ ਹਮਲਾ। ਠੀਕ ਹੈ ਜੀ। ਦੱਸੋ ਕਿ ਕਦੀ ਆਪਣੀ ਮਾਂ ਬੋਲੀ ਜਿਹੜੀ ਆ ਉਹਨੂੰ ਕੋਈ ਛੱਡ ਉਹਨੂੰ ਕੋਈ ਬੋਲ ਨਹੀਂ ਸਕਦਾ। ਉਹ ਜੇ ਉਹ ਤੁਹਾਡੇ ਹੋਰ ਕਿਸੇ ਨਾਲ ਡੀਲ ਕਰਨੀ ਹੈ ਕਿ ਅੱਗੇ ਹਿੰਦੀ ਕਰਨ ਮਲਿਆਲਮ ਦੀ ਬੋਲੀ ਜਾਂਦੀ ਆ ਉਹ ਦੱਸਿਆ ਜਾ ਸਕਦਾ ਵੀ ਇਹ ਸਮਝ ਨਹੀਂ ਹੈ। ਪਰ ਤੁਸੀਂ ਆਪਸ 'ਚ ਵੀ ਗੱਲ ਕਰੋਗੇ ਤਾਂ ਇਹ ਕਰੋਨਾ ਨਾਲ ਲੜਾਈ ਦੇ ਵਿੱਚ ਜਿਹੜੇ ਸਭ ਤੋਂ ਬਹੁਤ ਫਰਕ ਦੇਖਦੇ ਆ ਉਹਨਾਂ ਨੂੰ ਸਰਕਾਰ ਕਰਨ ਦੀ ਥਾਂ ਤੇ ਉਹਨਾਂ ਨੂੰ ਇਹ ਸਮਝਦੇ ਜਿਵੇਂ ਉਹ ਗੁਲਾਮ। ਤੇ ਇਸ ਕਰਕੇ ਇਹਦੀ ਜਿੰਨੀ ਵੀ ਖੇਤੀ ਕੀਤੀ ਜਾਵੇ ਇਹ ਥੋੜੀ ਇਹ ਬਹੁਤ ਘੱਟ ਹੈ। ਔਰ ਇਹ ਚੀਜ਼ਾਂ ਜਿਹੜੀਆਂ ਸਾਡੇ ਦੇਸ਼ ਨੂੰ ਉਹਦੇ ਵਿੱਚ ਜ਼ਹਿਰ ਫੈਲਾ ਰਹੀਆਂ ਉਹਨੂੰ ਤੋੜਨ ਤੱਕ ਦੀਆਂ ਨੀਤੀਆਂ ਲੈ ਕੇ ਤੁਰੇ ਫਿਰਦੇ ਲੋਕ। ਭੱਟੀ ਸਾਹਿਬ ਇੱਕ ਬੜੀ ਇੰਟਰਸਟਿੰਗ ਜੀ ਗੱਲ
ਇਸ ਸਾਰੇ ਕੋਈ, ਹੁਣ ਤੱਕ ਆਪਾਂ ਚਿੰਤਾ ਦੀਆਂ ਨਹੀਂ ਗੱਲਾਂ ਕੀਤੀਆਂ। ਇੰਟਰਸਟਿੰਗ ਗੱਲ ਵੀ ਆਪਾਂ ਕਰਨੀ ਆ। ਇਹ ਸਰਸੇ ਵਾਲਾ ਬਾਬਾ ਜੀ ਰਾਮ ਰਹੀਮ, ਉਹਨੂੰ ਕਰੋਨਾ ਪੋਜ਼ਿਟਿਵ ਆ ਗਿਆ ਸੀ, ਵੈਸੇ ਹੁਣ ਨੈਗੇਟਿਵ ਵੀ ਡਿਕਲੇਅਰ ਹੋ ਗਿਆ। ਤੇ ਉਹ ਪੋਜ਼ਿਟਿਵ ਕਿਵੇਂ ਆਇਆ ਤੇ ਨੈਗੇਟਿਵ ਕਿਵੇਂ ਹੋਇਆ, ਇਹਦੇ ਪਿੱਛੇ ਕਹਾਣੀ ਸਾਹਮਣੇ ਆ ਰਹੀ ਹੈ। ਤੇ ਨਾਲ ਦੀ ਨਾਲ ਇੱਕ ਹੋਰ ਹੈ ਕਿ ਉਹ ਜਿਹੜੀ ਬੀਬੀ ਹਨੀਪ੍ਰੀਤ ਹੈ, ਜਿਹਦੇ ਬਾਰੇ ਉਹ ਤਰਲੋਂ ਮੱਛੀ ਹੋਇਆ ਰਿਹਾ ਬੜੀ ਦੇਰ ਕਿ ਉਹਨੂੰ ਮੇਰੀ ਸੇਵਾ ਲਈ ਲਾਇਆ ਜਾਵੇ, ਉਹਨੂੰ ਮੇਰੇ ਕੋਲ ਭੇਜਿਆ ਜਾਵੇ ਜਾਂ ਕਿਵੇਂ, ਉਹਨੂੰ ਕਹਿੰਦੇ ਜੀ ਪੱਕਾ ਪਰਮਿਟ ਦੇ ਦਿੱਤਾ, ਉਹ ਜਦੋਂ ਮਰਜ਼ੀ ਜਾ ਸਕਦੀ, ਜਦੋਂ ਮਰਜ਼ੀ ਆ ਸਕਦੀ। ਇਹ ਕੀ ਸਾਰਾ ਮਾਮਲਾ ਜੀ? ਦੇਖੋ, ਜਦੋਂ ਪਹਿਲਾਂ ਮਤਲਬ ਜੇਲ੍ਹ ਚੋਂ ਬਾਹਰ ਆਇਆ ਰਾਮ ਰਹੀਮ ਤੇ ਹੈ ਤੇ ਬੜਾ ਕਹਿੰਦੇ ਹੈਗਾ ਕਰਾਮਾਤੀ ਹੈ ਜੀ, ਬਹੁਤ ਮਹਾਨ ਚੀਜ਼ ਹੈ, ਪਤਾ ਨਹੀਂ ਕੀ ਹੈ, ਕਲਾਕਾਰ ਪੂਰਾ ਤਾਂ ਆਪਾਂ ਜਾਣਾ ਨਹੀਂ। ਹਾਂਜੀ ਹਾਂਜੀ। ਉਦੋਂ ਉਦੋਂ ਪੇਟ 'ਚ ਦਰਦ ਹੋ ਰਹੀ ਸੀ ਔਰ ਉਸ ਵੇਲੇ ਬਾਹਰ ਆ ਕੇ ਜਦੋਂ ਹਸਪਤਾਲ 'ਚ ਗਿਆ ਤੇ ਉਸੇ ਦਿਨ ਹੀ ਤੁਹਾਨੂੰ ਯਾਦ ਹੋਣਾ ਕਿ ਇੱਕ ਭਾਵੀ ਪੰਜਾਬ ਦਾ ਭਾਵੀ ਮੁੱਖ ਮੰਤਰੀ ਬਣਨ ਦਾ ਐਲਾਨ ਕਰਕੇ ਅਰਦਾਸ ਕਰ ਦਿੱਤੀ ਸੀ ਕਿ ਇੱਥੇ ਮੈਂ ਜਦੋਂ ਸਾਡੇ ਮਤਲਬ ਕੀ ਇਹਨੂੰ ਕਹਿੰਦੇ ਆ ਬਾਬਾ ਜੀ ਆਉਣਗੇ ਬਾਹਰ। ਹਾਂਜੀ ਹਾਂਜੀ ਬਾਬਾ ਜੀ। ਹਾਂਜੀ। ਤੇ ਉਹ ਵੀ ਇੱਥੇ ਬਾਣਾ ਪਾ ਕੇ ਆਉਣਗੇ, ਗੁਰੂ ਗ੍ਰੰਥ ਸਾਹਿਬ ਨੂੰ ਉਦੋਂ ਪਾਇਆ ਸੀ ਤੇ ਫਿਰ ਅਰਦਾਸ ਕਰਨਗੇ। ਤੇ ਮੈਂ ਅੱਜ ਤੁਹਾਨੂੰ ਕਹਿੰਦੇ ਆਉਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਬੋਲ ਰਿਹਾ। ਅੱਛਾ, ਉਸ ਵੇਲੇ ਵੀ ਇਹਨੇ ਬਾਬੇ ਨੇ ਬੜਾ ਰੌਲਾ ਪਾਇਆ ਕਿ ਮੈਨੂੰ ਮਨੀਪ੍ਰੀਤ ਜ਼ਰੂਰ ਬਣਾਓ। ਠੀਕ ਹੈ। ਉਹਨਾਂ ਦੀ ਧਾਰਨਾ ਸੀਗੀ ਕਿ ਜੇ ਮੈਨੂੰ ਮਿਲ ਗਈ ਤਾਂ ਮੇਰੀ ਸਾਰੀ ਬਿਮਾਰੀ ਲੈ ਜਾਏ, ਪਤਾ ਨਹੀਂ ਕਿਉਂ ਸੀ। ਠੀਕ ਹੈ। ਅੱਛਾ, ਫਿਰ ਉਸ ਵੇਲੇ ਵੀ ਹਨੀਪ੍ਰੀਤ ਨੇ ਬੜਾ ਜ਼ੋਰ ਲਾਇਆ ਤੇ ਮੈਨੂੰ ਗੱਲ ਕਰ ਦਿਓ। ਹੋ ਸਕਦਾ ਕੋਈ ਪਹਿਲੇ ਸਮਿਆਂ ਦੇ ਵਿੱਚ ਜਿਹੜੀ ਮਾਇਆ ਇੱਧਰ ਉੱਧਰ ਰੱਖੀ ਆ ਉਹਦੀ ਕੋਈ ਗੱਲ ਹੋਵੇ ਜਾਂ ਕੋਈ ਹੋਰ ਹੋਵੇ, ਕੁਛ ਹੋਊਗਾ। ਹਾਂਜੀ ਹਾਂਜੀ। ਔਰ ਉਸ ਸਮੇਂ ਤੋਂ ਇਹ ਵੀ ਇੰਡੀਕੇਸ਼ਨ ਮਿਲਦੀ ਸੀ ਕਿ ਭਾਜਪਾ ਨਾਲ ਕੁਛ ਏਦਾਂ ਦੀ ਜਿਹੜੀ ਇਹਨਾਂ ਦੀ ਸਕੀਮ ਬਣ ਚੁੱਕੀ ਆ ਕਿ ਇਸ ਬਾਬੇ ਨੂੰ ਇਹਦਾ ਪ੍ਰਭਾਵ ਹੈ ਬਹੁਤ ਲੋਕਾਂ ਤੇ, ਇਹਨੂੰ ਯੂਜ਼ ਕੀਤਾ ਜਾਵੇ ਪੰਜਾਬ ਦੇ ਵਿੱਚ। ਜਿਸ ਵੇਲੇ ਪੰਜਾਬ ਦੀ ਜਿਹੜੀ ਗੱਲਬਾਤ ਹੈ ਉਹਦੇ ਬਾਰੇ ਦੇ ਵਿੱਚ ਇਹਨੂੰ ਯੂਜ਼ ਕਰਕੇ ਆਪਾਂ ਮਤਲਬ ਇਹ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਕੋਈ ਨਾ ਕੋਈ ਜਿਹੜਾ ਡੱਬਾ ਵੇਚੀਏ। ਹਾਂਜੀ ਹਾਂਜੀ। ਸਹੀ, ਹੁਣ ਉਹਨਾਂ ਨੇ ਦੇਖੋ ਉਸ ਤੋਂ ਬਾਅਦ ਫੇਰ ਕੀ ਆ ਗਿਆ ਤੇ ਉਦੋਂ ਤਾਂ ਪੇਟ ਦੇ ਬਦਲਾ ਹੁਣ ਇਹ ਆ ਗਿਆ ਕਿ ਜੀ ਬਾਬਾ ਪੋਜ਼ਿਟਿਵ ਹੋ ਗਿਆ ਕਰੋਨਾ ਦਾ। ਤੇ ਗੱਲ ਬੜੀ ਫਿਕਰ ਵਾਲੀ ਸੀ। ਪੋਜ਼ਿਟਿਵ ਹੋ ਗਿਆ, ਹਸਪਤਾਲ ਦਾਖਲ ਹੋ ਗਿਆ। ਉਸ ਤੋਂ ਬਾਅਦ ਦੇ ਵਿੱਚ ਇਹਨੇ ਕਿਹਾ ਜੀ ਕਿ ਦੇਖੋ ਜਿੰਨਾ ਚਿਰ ਮੈਨੂੰ ਮੇਰੀ ਧੀ ਨਾਲ ਨਹੀਂ ਮਿਲਾਉਂਦੇ ਮੇਰਾ ਮਤਲਬ ਲਾਭ ਨਹੀਂ ਇਹ ਹੋਣਾ। ਉਹਨਾਂ ਨੇ ਵੀ ਸੋਚਿਆ ਜਦੋਂ ਸਰਕਾਰ ਨਾਲ ਸਿੱਧੀ ਗੱਲਬਾਤ ਹੋ ਗਈ ਤੇ ਫੇਰ ਤਾਂ ਸੋਨੀਆਂ ਨਜ਼ਰਾਂ ਹੋ ਗਈਆਂ ਨੇ ਅਸੀਂ ਨਾ ਕੱਟਣੀਆਂ ਵੀ ਤੇ ਕੋਈ ਮੋਦੀ ਨਹੀਂ ਆਈ। ਉਹਨਾਂ ਕਹਿੰਦਾ ਜਦੋਂ ਉੱਥੇ ਮਤਲਬ ਹਨੀਪ੍ਰੀਤ ਆਪਣੇ ਪਿਆਰੇ ਪਿਆਰੇ ਪਾਪਾ ਨੂੰ ਮਿਲਣ ਗਈ ਆ ਤਾਂ ਉਸ ਵੇਲੇ ਜਾਂਦਿਆਂ ਹੀ ਪੁੱਛਦੇ ਹੀ ਬਾਅਦ ਚ ਟੈਸਟ ਹੋ ਗਿਆ ਤੇ ਨੈਗੇਟਿਵ ਉਹਨਾਂ ਖਤਮ। ਠੀਕ ਹੈ। ਤੇ ਹੁਣ ਹਸਪਤਾਲ ਚ ਤਾਂ ਦਾਖਲ ਆ ਤੇ ਨਾਲ ਉਹਨਾਂ ਨੇ ਕਹਿਤਾ ਕਿ ਬੀਬੀ ਰਾਣੀ ਤੂੰ ਰੋਜ਼ ਆਇਆ ਕਰ ਇਹਦੇ ਕਮਰੇ ਚ, ਇੱਥੇ ਰਿਹਾ ਕਰ, ਕੋਈ ਗੱਲ ਨਹੀਂ, ਇਹਦੀ ਸੇਵਾ ਕਰ। ਠੀਕ ਹੈ। ਸਹੀ, ਇਹ ਜੀ ਮਤਲਬ ਇੱਕ ਕਹਾਣੀ ਬਣੀ ਆ ਇਸ ਦੇਸ਼ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹਦੀਆਂ ਗੱਲਾਂ ਕੀ ਕੀਤੀਆਂ ਜਾਣ ਤੇ ਕੀ ਨਾ ਕੀਤੀਆਂ ਜਾਣ, ਜੋ ਕੁਝ ਹੋ ਰਿਹਾ ਉਹ ਚ ਤੁਸੀਂ ਦੱਸੋ ਕਿ ਕਿਤੇ ਕੋਈ ਥੋੜੀ ਬਹੁਤੀ ਵੀ ਇਨਸਾਨੀਅਤ ਮਨੁੱਖਤਾ ਵਾਲੀ ਕਹਾਣੀ ਦਿਸਦੀ ਹੈ। ਇਹ ਦੇਸ਼ ਹੀ ਜਰਾਲਾ ਬਣਦਾ ਜਾ ਰਿਹਾ ਜੋ ਇਹ ਕਰ ਰਹੇ ਹੈ। ਠੀਕ ਹੈ। ਉਹਦੇ ਦੁਆਰਾ ਪਾਗਣਗੇ ਉਹਦੇ ਪ੍ਰੇਮੀ ਸਾਰੇ ਹੀ ਜਿੰਨੇ ਵੀ ਉਹਦੇ ਪ੍ਰੇਮੀ ਆ ਲੱਖਾਂ ਦੇ ਵਿੱਚ ਕਹਿਣਗੇ ਦੇਖਿਆ ਚਮਤਕਾਰ ਹੋ ਗਿਆ ਨਾ। ਅਸੀਂ ਕਹਿੰਦੇ ਸੀ ਕਿ ਬਾਬਾ ਬੜਾ ਸ਼ਕਤੀਸ਼ਾਲੀ ਹੈ, ਬਹੁਤ ਚਮਤਕਾਰੀ ਆ, ਅਨੇਕ ਤੇ ਮਿਲਦੇ ਕਰੋਨਾ ਖਤਮ। ਠੀਕ ਹੈ। ਠੀਕ ਹੈ। ਤੇ ਹੋ ਸਕਦਾ ਹੁਣ ਲੋਕ ਵੀ ਆ ਘੱਟ ਕੇ ਅਨੇਕ ਨੂੰ ਦੇਖਣੀ ਆ ਜਾ ਕਰ ਕਿ ਸਾਡਾ ਵੀ ਕਰੋਨਾ ਲੈ ਜੂ ਤੇ ਇਹਦਾ ਮੰਗਣਗੇ ਲੋਕਾਂ ਨੂੰ। ਇਹੋ ਜਿਹੇ ਅੰਧ ਵਿਸ਼ਵਾਸ ਬਣਾ। ਠੀਕ ਹੈ ਜੀ। ਪਰ ਸਾਹਿਬ ਇੱਕ ਹੋਰ ਗੱਲ ਡਿਸਕਸ ਕਰਨ ਵਾਲੀ ਜ਼ਰੂਰੀ ਹੈ, ਉਹ ਹੈਗੀ ਜੀ ਨਾਸਾ ਬਾਰੇ। ਨਾਸਾ ਨੇ ਸ਼ੁੱਕਰ ਗ੍ਰਹਿ ਬਾਰੇ ਇੱਕ ਨਵਾਂ ਐਲਾਨ ਕੀਤਾ ਹੈਗਾ ਹੈ ਜੀ। ਇਹ 1990 ਤੋਂ ਬਾਅਦ ਲਗਭਗ 30-32 ਸਾਲ ਹੋ ਗਏ ਆ। ਇੱਕ ਨਵੀਂ ਗੱਲ ਸਾਹਮਣੇ ਆਈ ਹੈ, ਨਾਸਾ ਬਹੁਤ ਵੱਡੀਆਂ ਪ੍ਰਾਪਤੀਆਂ ਕਰਨ ਵੱਲ ਵਧ ਰਹੀ ਹੈ। ਕੀ ਹੈ ਸਾਰਾ? ਸ਼ੁਕਰ ਗ੍ਰਹਿ ਹੈ ਨਾ, ਉਹਦੇ ਤੇ 1990 ਤੋਂ ਪਹਿਲਾਂ ਤੇ ਜ਼ਰੂਰ ਕੋਸ਼ਿਸ਼ਾਂ ਹੋਈਆਂ, ਰਸ਼ੀਆ ਨੇ ਵੀ ਕੀਤੀਆਂ। 1986 ਦੀ ਗੱਲ ਹੈ, ਉਹਨਾਂ ਮਿਸ਼ਨ ਭੇਜੇ ਆ, ਉਹਦੇ ਤੇ ਕੁਝ ਰਿਸਰਚ ਕੀਤੀ ਹੈ। ਪਰ 1990 ਤੋਂ ਬਾਅਦ
ਦੇ ਬਾਰੇ ਚ ਸ਼ੁਕਰ ਗ੍ਰਹਿ ਦਾ ਵਾਤਾਵਰਨ ਕਿਹੋ ਜਿਹਾ, ਉੱਥੇ ਕੀ ਕੋਈ ਸੰਭਾਵਨਾ ਹੈ, ਕੋਈ ਜਾਨਦਾਰ ਚੀਜ਼ ਹੈਗੀ ਹੈ, ਕੀ ਹੈ ਉੱਥੇ ਸਾਰਾ ਕੁਝ, ਉਹਦੀ ਖੋਜਬੀਨ ਕਰਨੀ। ਦੂਸਰਾ ਉੱਥੋਂ ਬ੍ਰਹਿਮੰਡ ਦੇ ਸਾਰੇ ਦੇ ਵਿੱਚ ਖੋਜਾਂ ਕਰਨੀਆਂ ਕਿ ਇੱਥੇ ਪਹੁੰਚਣ ਤੋਂ ਬਾਅਦ ਇੱਥੇ ਜਿਹੜਾ ਬ੍ਰਹਿਮੰਡ ਦਾ ਜਾਂ ਧਰਤੀ ਹੈ ਜਾਂ ਸਾਰਾ ਉਹ ਸਾਰੇ ਬਾਰੇ ਕੋਈ ਇਹੋ ਜਿਹੀਆਂ ਨਵੀਆਂ ਚੀਜ਼ਾਂ। ਇੱਕ ਤਾਂ ਮਿਸ਼ਨ ਇਹਨਾਂ ਦਾ ਹੈਗਾ ਰਿਚੀ ਪਲੱਸ, ਇੱਕ ਨੰਬਰ 1 ਹੈ। ਨੰਬਰ 2 ਹੈਗਾ ਵੈਲਟਸ 2। ਵੈਲਟਸ 2 ਜਿਹੜਾ ਹੈਗਾ ਉਹਦੀਆਂ ਖੋਜਾਂ ਦਾ ਦਾਇਰਾ ਵੱਖਰਾ, ਉਹਨੇ ਜ਼ਿਆਦਾ ਖੋਜ ਜਿਹੜੀ ਆ ਉਹ ਉੱਥੋਂ ਫੋਟੋਜ਼ ਵਗੈਰਾ ਕਰਾਉਣੀਆਂ, ਉੱਥੇ ਵਾਤਾਵਰਨ ਨੂੰ ਚੈੱਕ ਕਰਨਾ। ਦੂਸਰਾ ਜੋ ਉਹਦੀ ਜਿਹੜੀ ਆ ਧਰਤੀ ਆ ਹੈ ਵੀ ਇਹ ਧਰਤੀ ਜਾਂ ਗੈਸ ਦਾ ਗੋਲਾ ਹੈ ਕੀ ਆ, ਇਹਦੇ ਬਾਰੇ ਚ ਇਹ ਸਾਰੀਆਂ ਖੋਜਾਂ ਨਵੀਆਂ ਜਿਹੜੀਆਂ ਆਉਣ ਵਾਲੇ ਸਮੇਂ 'ਚ ਹੋ ਰਹੀਆਂ। ਇਹ ਕਾਫੀ ਉਹਨਾਂ ਦੀ ਵਿਗਿਆਨੀਆਂ ਦੀ ਮਿਹਨਤ ਔਰ ਵੱਡੀ ਪ੍ਰਾਪਤੀ ਕਵਾਂਗੇ ਕਿ ਜਿਹੜਾ ਉਹਨਾਂ ਨੇ ਉਸ ਮਿਸ਼ਨ ਦੇ ਉੱਤੇ ਜਾਣ ਦਾ ਸਕੀਮਾਂ ਬਣਾਈ। ਠੀਕ ਹੈ ਜੀ, ਠੀਕ ਹੈ। ਆਉਣ ਵਾਲੇ ਦਿਨਾਂ 'ਚ ਹੋਰ ਇਨਫੋਰਮੇਸ਼ਨ ਸਾਂਝੀ ਕਰਾਂਗੇ ਜੀ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆ ਗਈ। ਪੱਟੀ ਸਾਹਿਬ ਜਾਂਦੇ ਜਾਂਦੇ ਇੱਕ ਗੱਲ ਜ਼ਰੂਰ ਕਰਨੀ ਚਾਹੁੰਦਾ ਜੀ ਮੈਂ, ਉੱਡਣਾ ਸਿੱਖ ਦੇ ਨਾਂ ਨਾਲ ਦੁਨੀਆ ਦੇ ਵਿੱਚ ਪੂਰੀ ਆਪਣੀ ਧਾਕ ਜਮਾ ਚੁੱਕੇ ਜੀ ਮਿਲਖਾ ਸਿੰਘ, ਉਹਨਾਂ ਬਾਰੇ ਪਿਛਲੇ ਕਈ ਦਿਨਾਂ ਤੋਂ ਬੜੀ ਚਿੰਤਾ ਵਾਲੀਆਂ ਖਬਰਾਂ ਆ ਰਹੀਆਂ ਸੀਗੀਆਂ। ਕਾਫੀ ਦੇਰ ਤੋਂ ਬਿਮਾਰ ਹੈ, ਉਮਰ ਦਾ ਤਕਾਜ਼ਾ ਵੀ ਹੈ, ਇੱਕ ਦੋ ਵਾਰੀ ਅਫਵਾਹਾਂ ਵੀ ਫੈਲ ਗਈਆਂ ਕਿ ਉਹ ਇਸ ਦੁਨੀਆ 'ਚ ਨਹੀਂ ਰਹੇ। ਤਾਜ਼ੀ ਖਬਰ ਕੀ ਹੈ ਜੀ ਉਹਨਾਂ ਬਾਰੇ? ਕਿ ਇੰਨੀ ਵੱਡੀ ਉਮਰ ਦੇ ਵਿੱਚ ਉਹਨਾਂ ਨੇ ਮਤਲਬ ਦੌੜਨਾ ਸ਼ੁਰੂ ਕੀਤਾ ਤੇ ਦੁਨੀਆ 'ਚ ਰਿਕਾਰਡ ਬਣਾਇਆ। ਔਰ ਉਹਨਾਂ ਦੇ ਪਿੱਛੇ ਜੇ ਇੱਕ ਇੰਟਰਵਿਊ ਵੀ ਆਈ ਸੀ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਉਹ ਆਪਣੇ ਪਿੰਡ ਆਏ ਸੀ। ਇਹਨਾਂ ਦਾ ਪਿੰਡ ਹੈਗਾ ਜਲੰਧਰ ਦੇ ਲਾਗੇ ਹੈ, ਗੋਪਾਲ ਚੰਦਰ ਦੇ ਵਿਆਸ ਮੇਰਾ ਪਿੰਡ ਹੈ ਲਾਗੇ ਤੇ ਕਿਸ਼ਨਪੁਰਾ ਤੋਂ ਅੱਗੇ ਜਾ ਕੇ ਬਿਆਸ ਪਿੰਡ ਉਹਨਾਂ ਨੇ ਬਿਆਸ ਪਿੰਡ ਆ ਗਏ ਯਾਰ, ਬਿਆਸ ਪਿੰਡ ਦੇ ਰਹਿਣਾ ਗਏ। ਉਹਨਾਂ ਨੇ ਉੱਥੇ ਨੂੰ ਦੱਸਿਆ ਸੀ ਕਿ ਦੇਖੋ ਇੱਕ ਗੱਲ ਨਾ ਬੜੀ ਸੁਧਾਰਨ ਢੰਗ ਨੇ ਕਹੀ ਕਿ ਮੈਂ ਇਸ ਵੇਲੇ ਦੂਸਰੇ ਹਫ਼ਤੇ ਦਿਨ ਪਰ ਹੋ ਗਏ, ਉਮਰ ਇੰਨੀ ਜ਼ਿਆਦਾ ਹੋ ਗਈ ਔਰ ਹੁਣ ਮੇਰੇ ਕੋਲ ਆਪਣਾ ਭੁੱਖ ਵੀ ਨਹੀਂ ਲੱਗਦੀ, ਖਾਣ ਨੂੰ ਕੁਝ ਨਹੀਂ ਦਿਲ ਕਰਦਾ ਤੇ ਥੋੜੀ ਜਿਹੀ ਨਿਰਾਸ਼ਤਾ ਵੀ ਸੀ ਕਿ ਮੈਂ ਇੱਥੇ ਆ ਗਿਆ ਤੇ ਹਾਲਾਤ ਏਦਾਂ ਦੇ ਦੇਖਦੇ ਮੈਂ ਵਾਪਸ ਇੰਗਲੈਂਡ ਜਾ ਨਹੀਂ ਸਕੇ। ਇਹਦੇ ਦੌਰਾਨ ਹੀ ਫਿਰ ਆ ਜਾ ਕੇ ਕਰੋਨਾ ਦਾ ਹੋ ਗਿਆ। ਹੁਣ ਇੰਨੀ ਵੱਡੀ ਉਮਰ ਦੇ ਵਿੱਚ ਕਈ ਘਟਨਾਵਾਂ ਹੋਈਆਂ ਵੀ ਆ ਕਿ ਵੱਡੀ ਉਮਰ ਤੇ ਇਹ ਨਹੀਂ ਜ਼ਰੂਰੀ ਕਿ ਜੇ ਉਮਰ ਵੱਡੀ ਹੈ ਤੇ ਨਹੀਂ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਦਾ। ਵੱਡੀ ਉਮਰ ਤੇ ਉਹ ਲੋਕ ਫਸ ਜਾਂਦੇ ਜਿਹਨਾਂ ਦੇ ਵਿੱਚ ਗੱਲ ਪਾਵਰ ਉਹਨਾਂ ਦੀ ਆ, ਜੀਵਨ ਦੀ ਸ਼ਕਤੀ ਆ ਜਾਂ ਉਹਨਾਂ ਨੇ ਕੋਈ ਵੱਖਰੇ ਢੰਗ ਨਾਲ ਜ਼ਿੰਦਗੀ ਜੀਵੀ ਆ ਦੁਨੀਆ ਦੇ ਆਮ ਲੋਕਾਂ ਨਾਲੋਂ। ਉਹ ਜਿਹੀ ਮਿਸਾਲ ਹੀ ਇੱਥੇ ਮਿਲੀ ਆ ਕਿ ਵਾਕਿਆ ਸੱਚੀ ਗੱਲ ਹੈ ਕਿ ਇਹ ਗੱਲ ਲਗਭਗ ਤੈਅ ਹੀ ਹੋ ਗਈ ਸੀ। ਡਾਕਟਰਾਂ ਵੀ ਸੋਚਦਾ ਸੀ ਕਿ ਇੰਨੀ ਉਮਰ ਦੇ ਵਿੱਚ ਹੋਰ ਬਚਣਾ ਔਖਾ ਹੈ, ਪਰ ਉਹ ਇਸ ਸਮੇਂ ਵੀ ਮੌਤ ਦੇ ਨਾਲ ਮਤਲਬ ਮੁਕਾਬਲਾ ਕਰ ਰਹੇ। ਪਰ ਹੁਣ ਉਮੀਦ ਬੱਝੀ ਹੈ ਕਿ ਉਹ ਰਿਕਵਰ ਹੋ ਰਹੇ ਆ ਔਰ ਜਲਦੀ ਹੀ ਉਹਨਾਂ ਦੀ ਸਿਹਤ ਜਿਹੜੀ ਹੈਗੀ ਉਹ ਵਧੀਆ ਬਣ ਜਾਏਗੀ। ਠੀਕ ਹੈ, ਇਹ ਬੜੀ ਖੁਸ਼ੀ ਦੀ ਖਬਰ ਹੈ। ਚਲੋ ਜੀ, ਅਸੀਂ ਇਤਿਹਾਸਕ ਖਬਰ ਵੀ ਬਣੂਗੀ ਕਿ ਏਡੀ ਵੱਡੀ ਉਮਰ ਦੇ ਵਿੱਚ ਵੀ ਮੁਕਾਬਲਾ ਕੀਤਾ ਜਾ ਸਕਦਾ ਤੇ ਹੋਰ ਲੋਕਾਂ ਲਈ ਇੱਕ ਹੌਸਲੇ ਵਾਲੀ ਗੱਲ। ਅਸੀਂ ਦੁਆ ਅਸੀਂ ਦੁਆ ਕਰਦੇ ਹਾਂ ਜੀ ਉਹ ਸਿਹਤਯਾਬ ਹੋਣ ਤੇ ਆਪਣੇ ਪਰਿਵਾਰ ਵਿੱਚ ਵਾਪਸ ਆ ਕੇ ਖੁਸ਼ੀਆਂ ਖੇੜਿਆਂ ਦੇ ਵਿੱਚ ਸ਼ਾਮਲ ਹੋਣ। ਬਿਨਾਂ ਸ਼ੱਕ ਉਮਰ ਦਾ ਤਕਾਜ਼ਾ ਹੈਗਾ, ਉਮਰ ਵੱਡੀ ਹੈਗੀ ਆ, ਸਰੀਰ ਕਮਜ਼ੋਰ ਹੈਗਾ, ਪਰ ਡਾਕਟਰਾਂ ਦੀ ਮਿਹਨਤ ਵੀ ਤੇ ਉਹਨਾਂ ਦਾ ਆਪਦਾ ਸਰੀਰ ਵੀ ਜਿਹੜਾ ਉਹ ਰੰਗ ਦਿਖਾ ਰਿਹਾ ਹੈਗਾ। ਉਮੀਦ ਕਰਦੇ ਹਾਂ ਕਿ ਬਹੁਤ ਛੇਤੀ ਉਹ ਆਪਣੇ ਘਰ ਵਾਪਸ ਆਉਣਗੇ। ਪੱਟੀ ਸਾਹਿਬ, ਇੱਕ ਦੇਸ਼ ਭਗਤ ਯਾਦਗਾਰ ਹਾਲ ਹੈ ਜਲੰਧਰ ਜੀ, ਉਹਦੀ ਕਮੇਟੀ ਹੈ ਦੇਸ਼ ਭਗਤ ਯਾਦਗਾਰ ਕਮੇਟੀ। ਉਹਨੇ ਜਮਹੂਰੀ ਅਧਿਕਾਰ ਸਭਾ ਜਿਹੜੀ ਹੈ ਪੰਜਾਬ ਦੇ ਵਿੱਚ, ਉਹਨਾਂ ਨੇ ਮਿਲ ਕੇ 15 ਜੂਨ ਨੂੰ ਇੱਕ ਵਿਸ਼ੇਸ਼ ਜਿਹੜੀ ਚਰਚਾ ਕਰਨ ਤੋਂ ਬਾਅਦ ਫੈਸਲਾ ਕੀਤਾ ਕਿ ਡਿਪਟੀ ਕਮਿਸ਼ਨਰ ਜਲੰਧਰ ਦੇ ਦਫ਼ਤਰ ਤੱਕ ਰੋਸ ਮੁਜ਼ਾਹਰਾ ਕੀਤਾ ਜਾਊਗਾ। ਉਹਦਾ ਕਾਰਨ ਦੱਸਿਆ ਉਹਨਾਂ ਨੇ ਕਿ ਜਿਹੜੇ ਵੀ ਦੇਸ਼ ਭਗਤ ਬੁੱਧੀਜੀਵੀ ਬਿਨਾਂ ਵਜ੍ਹਾ ਜੇਲ੍ਹਾਂ 'ਚ ਠੋਸੇ ਹੋਏ ਆ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਉਹਨਾਂ ਨੇ ਸਾਰਿਆਂ ਲੋਕਾਂ ਨੂੰ ਵੀ ਇਹਦੇ 'ਚ ਸ਼ਾਮਲ ਹੋਣ ਲਈ ਕਿਹਾ ਹੈਗਾ। ਦੇਸ਼ ਭਗਤਾਂ ਬਾਰੇ ਆਪਾਂ ਜੇ ਗੱਲ ਕਰੀਏ ਤੇ ਮੇਰਾ ਖਿਆਲ ਬੜੀ ਲਿਸਟ ਲੰਬੀ ਹੋ ਗਈ ਹੈ। ਤੁਹਾਨੂੰ ਯਾਦ ਹੋਣਾ ਜੀ ਟਿਕਰੀ ਬਾਰਡਰ ਤੇ ਵੀ
ਇਹਨਾਂ ਬੁੱਧੀਜੀਵੀਆਂ ਨੂੰ ਰਿਹਾ ਕਰਨ ਦੇ ਲਈ ਲੋਕਾਂ ਨੇ ਤਖਤੀਆਂ ਫੜ ਕੇ ਇੱਕ ਦਿਨ ਪੂਰਾ ਉੱਥੇ ਰੋਸ ਮੁਜ਼ਾਹਰਾ ਕੀਤਾ ਸੀ, ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਹੋਈ ਸੀ। ਹੁਣ ਇਹ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਨਵੇਂ ਸਿਰਿਓਂ ਇੱਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਮੈਨੂੰ ਲੱਗਦਾ ਕਿ ਦੇਸ਼ ਭਗਤ ਯਾਦਗਾਰ ਕਮੇਟੀ ਦੇ ਨਾਲ ਤੁਹਾਡੇ ਚੰਗੇ ਸੰਬੰਧ ਰਹੇ ਆ, ਤੁਸੀਂ ਉੱਥੇ ਆਉਂਦੇ ਜਾਂਦੇ ਰਹੇ ਹੋ। ਕੀ ਲੱਗਦਾ ਜੀ ਇਹ ਸਾਰੇ ਦੇਸ਼ ਭਗਤ ਯਾਦਗਾਰ ਕਮੇਟੀ ਤੇ ਜਮਹੂਰੀ ਅਧਿਕਾਰ ਸਭਾ ਸਾਂਝੇ ਤੌਰ ਤੇ ਜਿਹੜਾ ਉਦਮ ਕਰਨ ਜਾਰੀ ਹੈ, ਇਹਦੇ ਚੰਗੇ ਸੱਟੇ ਸਾਹਮਣੇ ਆਉਣਗੇ? ਦੇਖੋ, ਇੱਕ ਬੜੀ ਮਤਲਬ ਚੰਗੀ ਸ਼ੁਰੂਆਤ ਹੈ ਔਰ ਹੋਣਾ ਵੀ ਚਾਹੀਦਾ, ਕਿਉਂਕਿ ਲੋਕ ਹੱਕਾਂ ਦੇ ਬੋਲਣ ਵਾਲੇ ਜਿੰਨੇ ਵੀ ਬੁੱਧੀਜੀਵੀ ਦੇਸ਼ ਭਗਤ ਇਨਕਲਾਬੀ ਲੋਕ ਹੈ, ਇਹ ਸਰਕਾਰ ਐਲਾਨ ਕਰਕੇ ਉਹਨਾਂ ਦੇ ਮਗਰ ਪਈ ਹੋਈ। ਜਦੋਂ ਮੋਦੀ ਇਹ ਐਲਾਨ ਕਰਦਾ ਕਿ ਸੈਕੂਲਰਿਜ਼ਮ ਐਂਡ ਕਮਿਊਨਿਜ਼ਮ ਜਿਹੜਾ ਹੈਗਾ ਮੇਰੇ ਦੁਸ਼ਮਣ ਆ, ਤੇ ਇਹਦਾ ਮਤਲਬ ਇਹ ਜਿਸ ਵੇਲੇ ਕੋਈ ਤਾਨਾਸ਼ਾਹ ਹਾਕਮ ਕ੍ਰਿਮੀਨਲ ਫਾਸ਼ਿਸਟ ਜਿਹੜਾ ਹੈ ਉਹ ਇਦਾਂ ਦੇ ਐਲਾਨ ਕਰਦਾ, ਤਾਂ ਉਸ ਸਮੇਂ ਆਪਣੀ ਪਹਿਲਾਂ ਵੀ ਇਹ ਸੋਚ ਰਹੀ ਆ, ਆਪਾਂ ਉਹਦੇ ਤੇ ਗੱਲ ਵੀ ਕਰਦੇ ਰਹੇ ਆ ਕਿ ਹਰ ਜਾਤੀ ਜ਼ਮੀਰ ਵਾਲੇ ਲੋਕਾਂ ਨੂੰ ਸਾਡੇ ਹੱਕ ਲਈ ਜਿਹੜੇ ਸੰਘਰਸ਼ ਕਰਦੇ ਆ, ਜਿਹੜੇ ਅੱਜ ਇਹ ਦਾਅਵੇ ਕਰਦੇ ਆ ਕਿ ਅਸੀਂ ਜਮਹੂਰੀ ਹੱਕਾਂ ਲਈ ਸੰਘਰਸ਼ ਜਿਹੜਾ ਲੰਬੇ ਸਮੇਂ ਤੋਂ ਸੰਘਰਸ਼ ਹੁੰਦਾ ਆ ਰਿਹਾ, ਉਹ ਹੁੰਦਾ ਵੀ ਏਦਾਂ ਹੀ ਹੈ ਕਿ ਜਿਸ ਵੇਲੇ ਕੋਈ ਤਾਨਾਸ਼ਾਹੀ ਦੌਰ ਆਉਂਦਾ, ਉਸ ਵੇਲੇ ਦਾ ਪਹਿਲਾ ਨਿਸ਼ਾਨਾ ਹੀ ਉਹ ਲੋਕ ਹੁੰਦੇ ਜਿਹੜੇ ਸੱਚ ਬੋਲਦੇ ਔਰ ਜਿਨ੍ਹਾਂ ਦਾ ਲੋਕਾਂ ਦੇ ਵਿੱਚ ਅਸਰ ਹੈ। ਹੁਣ ਤੁਸੀਂ ਇੱਥੋਂ ਤੱਕ ਹੈਰਾਨ ਹੋਵੋਗੇ ਕਿ ਸਰਕਾਰ ਇਹਦੀ ਕਰ ਚੁੱਕੀ ਹੈ, ਕਿਉਂਕਿ ਇਹਨਾਂ ਨੂੰ ਪਤਾ ਕਿ ਜੋ ਇਹ ਕਰ ਰਹੇ ਆ ਕਿ ਇਹ ਤਾਂ ਮਤਲਬ ਹਰ ਜਾਤੀ ਜ਼ਮੀਰ ਵਾਲੇ ਵਿਅਕਤੀ ਨੂੰ ਮਤਲਬ ਖਤਮ ਕਰ ਦਿੱਤਾ ਜਾਂਦੇ। ਹੁਣ ਪਿੱਛੇ ਜੇ ਹੁਣ ਇਹਨਾਂ ਨੇ ਇਹ ਵੀ ਕੀਤਾ ਕਿ ਇੱਕ ਕਾਰਟੂਨਿਸਟ ਨੂੰ ਆਰਡਰ ਦੇ ਦਿੱਤਾ, ਇਹ ਕਾਰਟੂਨ ਬਣਾਇਆ ਜੀ ਜਿਹਦੇ ਨਾਲ ਸਾਨੂੰ ਮਤਲਬ ਬੜਾ ਵੱਡਾ ਖਤਰਾ ਪੈਦਾ, ਜਿਨ੍ਹਾਂ ਨੂੰ ਕਾਰਟੂਨ ਬਣਾਉਣ ਵਾਲਿਆਂ ਤੋਂ ਵੀ ਡਰ ਲੱਗਦਾ ਉਹ ਤੁਸੀਂ ਦੇਖੋ ਕਿ ਅੰਦਰੋਂ ਉਹ ਕਿੰਨੇ ਹਿੱਲ ਚੁੱਕੇ। ਬਿਲਕੁਲ ਇਸ ਕਰਕੇ ਜਮਹੂਰੀ ਲਹਿਰ ਜਿਹੜੀ ਹੈਗੀ ਆ ਇਹ ਤੇਜ਼ ਹੋਈ ਆ। ਆਪਣੇ ਬੜੇ ਪੁਰਾਣੇ ਸਮੇਂ ਤੋਂ ਪ੍ਰੋਫੈਸਰ ਜਗਮੋਹਨ ਸਿੰਘ ਭਗਤ ਸਿੰਘ ਦੇ ਭਾਂਜੇ ਸੀ, ਉਹਨਾਂ ਨੇ ਮਤਲਬ ਬੜੀ ਦੇਰ ਤੋਂ ਇਹ ਸੰਘਰਸ਼ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਔਰ ਪਿੰਡਾਂ ਚ ਆਰਗੇਨਾਈਜ਼ੇਸ਼ਨਾਂ ਸੀ, ਸਾਰਾ ਕੁਝ। ਔਰ ਅੱਜ ਵੀ ਜਿੰਨੇ ਵੀ ਚੰਗੇ ਮਤਲਬ ਲੋਕ ਹੈ ਉਹ ਸਾਰੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਇਕੱਠੇ ਹੋਏ ਆ ਔਰ ਉਹਨਾਂ ਨੇ ਮਾਰਚ ਕੀਤਾ ਹੈ ਜਾਂ ਉਹਨਾਂ ਨੇ ਸਮਝਦਾਰ ਕਰਨਾ 15 ਤਰੀਕ ਨੂੰ ਕਰਨਾ ਹੈ। ਬੜੀ ਚੰਗੀ ਗੱਲ ਹੈ। ਔਰ ਸਾਰੇ ਜਿਹੜੇ ਆ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਵੀ ਰਹਿ ਰਹੇ ਸੀ, ਯੂਪੀ ਚ ਦਿੱਲੀ ਚ ਵੀ, ਇਹਨਾਂ ਸਾਰਿਆਂ ਲਈ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਇਕੱਠ ਹੈ ਉਹ ਕਰਨਾ ਬਣਦਾ ਹੈ। ਔਰ ਇਹਨਾਂ ਨੇ ਫਿਰ ਵੀ ਕਿਸਾਨ ਅੰਦੋਲਨ ਦੀ ਮਦਦ ਕੀਤੀ ਆ ਔਰ ਲੋਕ ਹੱਕਾਂ ਲਈ ਜਿੰਨੇ ਵੀ ਆਵਾਜ਼ ਉਠਾਉਂਦੇ ਉਹਨਾਂ ਸਾਰਿਆਂ ਦੇ ਨਾਲ ਇਹ ਰਹੇ ਆ ਔਰ ਇੱਕ ਬੜੀ ਚੰਗੀ ਖਬਰ। ਬਹੁਤ ਬਹੁਤ ਮਿਹਰਬਾਨੀ ਭੱਟੀ ਸਾਹਿਬ, ਥੈਂਕ ਯੂ ਵੈਰੀ ਮਚ। ਤੁਸੀਂ ਸਮਾਂ ਕੱਢਿਆ ਔਰ ਬੜੀਆਂ ਵਿਭਾਗ ਟਿੱਪਣੀਆਂ ਦਿੱਤੀਆਂ ਸਾਰੇ ਮੇਰੇ ਸਵਾਲਾਂ ਤੇ ਔਰ ਬਹੁਤ ਸਾਰੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਹੋਈਆਂ। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਜੀ, ਠੀਕ ਇਸੇ ਟਾਈਮ ਤੇ। ਮੈਂ ਆਪਣੇ ਸਰੋਤਿਆਂ ਨੂੰ, ਆਪਣੇ ਫੇਸਬੁੱਕ ਔਰ YouTube ਦੇ ਦਰਸ਼ਕਾਂ ਨੂੰ ਵੀ ਦੱਸ ਦੇਣਾ ਚਾਹੁੰਦਾ ਦੁਬਾਰਾ ਕਿ ਇਹ ਪ੍ਰੋਗਰਾਮ ਪਹਿਲਾਂ 30 ਤਰੀਕ ਤੱਕ, 30 ਮਈ ਤੱਕ ਤੁਸੀਂ ਦੁਪਹਿਰੇ 2 ਵਜੇ ਵਿਨੀਪੈਗ ਟਾਈਮ, ਦੁਪਹਿਰੇ 2 ਵਜੇ ਵੈਨਕੂਵਰ ਟਾਈਮ ਦੁਪਹਿਰੇ 12 ਵਜੇ ਔਰ ਟੋਰਾਂਟੋ ਟਾਈਮ ਦੁਪਹਿਰ ਨੂੰ 3 ਵਜੇ ਸੁਣਦੇ ਸੀ ਜਾਂ ਵੇਖਦੇ ਸੀ। ਹੁਣ ਅਸੀਂ ਕੁਝ ਕਾਰਨਾਂ ਕਰਕੇ ਔਰ ਕੁਝ ਸਿਫਾਰਿਸ਼ਾਂ ਕਰਕੇ ਇਸ ਪ੍ਰੋਗਰਾਮ ਦਾ ਟਾਈਮ ਬਦਲਤਾ। ਵਿਨੀਪੈਗ ਟਾਈਮ ਸ਼ਾਮ ਨੂੰ 7 ਵਜੇ, ਟੋਰਾਂਟੋ ਟਾਈਮ ਸ਼ਾਮੀ 8 ਵਜੇ, ਵੈਨਕੂਵਰ ਟਾਈਮ ਸ਼ਾਮੀ 5 ਵਜੇ ਇਹ ਪ੍ਰੋਗਰਾਮ ਹੁੰਦਾ। ਇੰਡੀਆ ਵਿੱਚ ਤੜਕਸਾਰ 5:30 ਵਜੇ ਇਹ ਪ੍ਰੋਗਰਾਮ ਜਿਹੜਾ ਉਹ ਸੁਣਿਆ ਤੇ ਫੇਸਬੁੱਕ YouTube ਤੇ ਵੇਖਿਆ ਜਾ ਸਕਦਾ। ਭੱਟੀ ਸਾਹਿਬ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ।